ਸਵਾਰਥ ਜਿਹੜਾ ਉਹ ਮਨੁੱਖ ਦੇ ਮਨ ਚੋਂ ਕਦੇ ਨਿਕਲ ਨਹੀਂ ਸਕਦਾ। ਵੀ ਮੇਰੇ ਤਾਂ ਪਾਗਲ ਦੇ ਵਿੱਚ ਇਹੀ ਫਰਕ ਆ ਵੀ ਜਿਹੜੀਆਂ ਗੱਲਾਂ ਜਿਹੜੀਆਂ ਪਲਾਨਾਂ ਮੈਂ ਰਾਤ ਨੂੰ ਸੁਪਨੇ 'ਚ ਬਣਾਉਣਾ ਉਹ ਜਾਗਦਾ ਬਣਾਉਂਦਾ। ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਹਾਂ, ਨੈਕਸਟ ਲਾਈਟ ਮੂਵਮੈਂਟ ਤੁਹਾਡੀ ਗ੍ਰਿਫਤਾਰੀ ਹੋਈ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਾਲਜ ਦੇ ਜ਼ਮਾਨੇ, ਪਰ ਹੁਣ ਤੁਹਾਡੀ ਵਿਚਾਰਧਾਰਾ ਬਿਲਕੁਲ ਬਦਲੀ ਹੋਈ ਹੈ। ਕਦੇ ਵੀ ਇਹ ਫੀਲ ਨਾ ਕਰੋ ਜਾ ਕੇ ਜੀ ਵੀ ਮੈਨੂੰ ਬਹੁਤ ਪਤਾ। ਹੁਣ ਸਾਡੇ ਬਿਨਾਂ ਇਹੀ 5 ਮਿੰਟ ਤੂੰ ਸਿੱਖ ਆ, ਤੂੰ ਪੰਜਾਬੀ ਆ, ਤੂੰ ਜੱਟ ਆ, ਤੂੰ ਫਲਾਨਾ, ਉੱਥੋਂ ਹੀ ਸਾਡੇ ਦਿਮਾਗ ਦੇ ਵਿੱਚ ਪੈਣਾ ਸ਼ੁਰੂ। ਮੈਂ ਇਹ ਕਹਿਣੀ ਆ ਫਿਕਰ ਕਰੋ। ਅੱਛਾ, ਮੈਂ ਇਹ ਗੱਲ ਕਹਿਣੀ ਆ ਫਿਕਰ ਕਰੋ, ਕਿਉਂਕਿ ਫਿਕਰ ਤੋਂ ਬਿਨਾਂ ਕੋਈ ਪ੍ਰੋਗਰੈਸ ਨਹੀਂ ਹੋਣੀ ਹੈ। ਜਿਹੜਾ ਫਿਕਰ ਹੈ ਪਰ ਸਾਹਿਬ ਉਹਦੇ ਨਾਲ ਨਾ ਫੀਅਰ ਅਟੈਚ ਹੋ ਜਾਂਦਾ। ਫੀਅਰ ਚੰਗੀ ਗੱਲ ਨਹੀਂ, ਤੁਸੀਂ ਕੀ ਵੀ ਕਿਹਾ ਇੰਪੋਸੀਬਲ ਆ। ਮੈਂ ਮੈਟ ਨੂੰ ਪੌੜੀਆਂ ਉਤਰਨ ਲੱਗੇ ਨੂੰ ਡਰ ਲੱਗਦਾ ਰਹਿੰਦਾ ਕਿਤੇ ਡਿੱਗਣਾ ਪਵਾਂ। ਤੁਹਾਨੂੰ ਲੱਗਦਾ ਹੋਣਾ, ਮੈਨੂੰ ਤਾਂ ਲੱਗਦਾ ਨਹੀਂ। ਤੁਹਾਨੂੰ ਹੋਰ ਕਿਸੇ ਤੋਂ ਲੱਗਦਾ ਹੋਊਗਾ। ਇਨਸਾਫ ਬੰਦਾ ਬੰਦੇ ਤੋਂ ਵੀ ਡਰੂਗਾ। ਕੋਈ ਅਸੀਂ ਕੰਮ ਕਰਦੇ ਹਾਂ ਬਿਨਾਂ ਸਵਾਰਥ ਤੋਂ, ਬਿਨਾਂ ਇਨਸਾਨ ਕੋਈ ਕੰਮ ਕਰਦਾ। ਵੀ ਸਾਂਡਰਸ ਦੀ ਮਾਂ ਨਹੀਂ ਸਮਝਦੀ ਹੈ ਜਾ ਕੇ ਵੀ ਭਗਤ ਸਿੰਘ ਸ਼ਹੀਦ ਹੈ, ਠੀਕ ਹੈ ਨਾ। ਉਹਦਾ ਜਵਾਨ ਪੁੱਤ ਇੱਕੀਆਂ ਸਾਲਾਂ ਦਾ ਮਾਰਦਾ, ਉਹ ਨਹੀਂ ਸਮਝਦੇ, ਪਰ ਉਹ ਹਿੰਦੁਸਤਾਨੀ ਸਮਝਦੇ। ਹਿੰਦੁਸਤਾਨ ਦਾ ਮੋਸਟ ਰਿਸਪੈਕਟਡ ਸ਼ਹੀਦ ਹੈ ਉਹ। ਤੁਸੀਂ ਸਮਝਦੇ ਹੋ ਵੀ ਬਿਨਾਂ ਸਵਾਰਥ ਤੋਂ ਕੋਈ ਸੇਵਾ ਨਹੀਂ ਹੋ ਸਕਦੀ, ਬਿਨਾਂ ਕਾਜ਼ ਤੋਂ ਕੋਈ ਸੇਵਾ ਨਹੀਂ ਹੋ ਸਕਦੀ। ਜੇ The Harjinder Thin Show। ਹਮੇਸ਼ਾ ਹੀ ਜ਼ਿੰਦਗੀ ਦੀਆਂ ਚੰਗੀਆਂ ਗੱਲਾਂ ਜਿਹੜੀਆਂ ਕਿ ਜ਼ਿੰਦਗੀ ਜਿਉਣ ਦੇ ਵਿੱਚ ਸਾਡੀ ਮਦਦ ਕਰਦੀਆਂ ਨੇ। ਇੱਕ ਦਿਨ ਓਪਨ ਲਾਈਨ ਦੇ ਵਿੱਚ ਜਿਸ ਦਿਨ ਸਾਡੇ ਪ੍ਰੈਜ਼ੀਡੈਂਟ ਅਤੇ ਚੀਫ ਐਗਜ਼ੈਕਟਿਵ ਆਫਿਸਰ ਕੁਲਵਿੰਦਰ ਸਿੰਘ ਸੰਘੇੜਾ ਆਏ ਸਨ 17ਵੀਂ ਐਨੀਵਰਸਰੀ ਦੇ ਉੱਤੇ, ਉਸ ਐਨੀਵਰਸਰੀ ਡੇ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਦੱਸਿਆ ਕਿ ਪ੍ਰੋਫੈਸਰ ਸਾਹਿਬ ਦੇ ਗੱਲਬਾਤ ਅਤੇ ਉਹਨਾਂ ਦੇ ਵਿਚਾਰਾਂ ਨੇ ਐਸਾ ਜਾਗ ਲਾਇਆ ਕਿ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਇੰਪਰੂਵ ਹੋਈ ਹੈ। ਔਰ ਅੱਜ ਵੀ ਇਸ ਤਰ੍ਹਾਂ ਦੀ ਗੱਲਬਾਤ ਹੋਣ ਵਾਲੀ ਹੈ। ਪ੍ਰੋਫੈਸਰ ਸਾਹਿਬ ਨਾਲ ਦਰਅਸਲ ਪਹਿਲਾਂ ਹਲਕੀ ਫੁਲਕੀ ਗੱਲਬਾਤ ਤੋਂ ਬਾਅਦ ਜਿਹੜਾ ਅੱਜ ਦਾ ਟੌਪਿਕ ਰਹੇਗਾ ਉਸ ਦੇ ਵਿੱਚ ਸੇਵਾ ਅਤੇ ਸਵਾਰਥ ਦੀ ਗੱਲਬਾਤ ਚੱਲੇਗੀ। ਸੇਵਾ ਦੀ ਭਾਵਨਾ ਹੋਣੀ, ਸੇਵਾ ਕਈ ਵਾਰੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ, ਲੇਕਿਨ ਇਸ ਦੀ ਭਾਵਨਾ ਹੋਣੀ ਵੀ। ਹੀ ਹੂ ਸਟੈਂਡਸ ਇਨ ਲਾਈਨ ਸਰਵਸ। ਅਤੇ ਸਵਾਰਥ ਜਿਹੜਾ ਉਹ ਮਨੁੱਖ ਦੇ ਮਨ ਚੋਂ ਕਦੇ ਨਿਕਲ ਨਹੀਂ ਸਕਦਾ। ਬਾਵਜੂਦ ਲੱਖਾਂ ਕੋਸ਼ਿਸ਼ਾਂ ਦੇ ਮਨੁੱਖ ਦਾ ਸਵਾਰਥੀ ਹੋ ਜਾਣਾ ਕਿਸੇ ਨੂੰ ਕਿਸੇ ਤਰੀਕੇ ਨਾਲ, ਉਹ ਕਿਵੇਂ ਤੁਹਾਨੂੰ ਫਲੋਟ ਕਰ ਸਕਦਾ ਹੈ ਜ਼ਿੰਦਗੀ ਦੇ ਵਿੱਚ। ਜੇ ਤੁਸੀਂ ਨਹੀਂ ਚੇਂਜ ਹੋ ਸਕਦੇ ਤਾਂ ਸਵਾਰਥ ਨੂੰ ਘਟਾਇਆ ਜਾ ਸਕਦਾ ਹੈ, ਜਾਂ ਕਿ ਇਹ ਬੇਕਾਬੂ ਹੈ, ਇਹ ਐਸੀ ਫੀਲਿੰਗ ਹੈ ਜਿਹਦੇ 'ਤੇ ਕੋਈ ਕੰਟਰੋਲ ਨਹੀਂ ਹੁੰਦਾ। ਪਰ ਸਭ ਇਹਦੇ ਕਈ ਪੱਖ ਵਿਚਾਰਨਗੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਮਿਹਰਬਾਨੀ ਆਉਣ ਲਈ। ਹਾਂਜੀ, ਥੈਂਕ ਯੂ ਸਰ। ਤੁਸੀਂ ਕਿਹਾ ਪਹਿਲਾਂ ਕੋਈ ਹਲਕੀ ਫੁਲਕੀ ਗੱਲ, ਹਲਕੀ ਫੁਲਕੀ ਦੀ ਮੈਂ ਸੋਚਦਾ ਸੀ ਜਾ ਕੇ ਜੀ ਵੀ ਮੇਰੇ ਤਾਂ ਪਾਗਲ ਦੇ ਵਿੱਚ ਇਹੀ ਫਰਕ ਆ ਵੀ ਜਿਹੜੀਆਂ ਗੱਲਾਂ ਜਿਹੜੀਆਂ ਪਲਾਨਾਂ ਮੈਂ ਰਾਤ ਨੂੰ ਸੁਪਨੇ 'ਚ ਬਣਾਉਣਾ ਉਹ ਜਾਗਦਾ ਬਣਾਉਂਦਾ। ਇੰਨਾ ਹੀ ਹੈ ਜੀ, ਉਹੀ ਗੱਲ। ਇੰਨਾ ਕੋਈ ਫਰਕ ਹੈ ਇਨਸਾਨ ਦੇ ਵਿੱਚ ਜਿਹੜਾ ਪਾਗਲ ਨਾਲੋਂ ਕਿ ਪਾਗਲ ਜੀਂਦਾ ਜਾਗਦਾ ਉੱਦਾਂ ਦੀਆਂ ਪਲਾਨਾਂ ਬਣਾਉਂਦਾ। ਸਾਨੂੰ ਸੁਪਨੇ ਵਿੱਚ ਆਉਂਦੀਆਂ ਉੱਦਾਂ ਦੀਆਂ ਪਲਾਨਾਂ, ਫਿਰ ਮੈਂ ਕਰ ਦਿੱਤਾ, ਮੈਂ। ਬਹੁਤੇ ਲੋਕ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਫੈਸਲੇ ਸੁੱਤੇ ਉੱਠਦੀ ਸਾਰੀ ਜਾਂ ਪਏ ਹੁੰਦੇ ਉਦੋਂ ਸੋਚਦੇ ਰਹਿੰਦੇ, ਕਰਦੇ ਰਹਿੰਦੇ। ਅੱਛਾ ਤਿੰਨ ਸਾਹਿਬ, ਮੈਂ 2-3 ਗੱਲਾਂ ਜਿਹੜੀਆਂ ਕਰਨੀਆਂ ਪਹਿਲਾਂ, ਬਹੁਤੀਆਂ ਹਲਕੀਆਂ ਫੁਲਕੀਆਂ ਤਾਂ ਨਾ ਹੋਣ ਸ਼ਾਇਦ ਉਹ। ਇੱਕ ਤਾਂ ਮੈਂ ਇਹ ਗੱਲ ਬਹੁਤ ਵਾਰ ਨੋਟ ਕੀਤੀ ਹੈ, ਸ਼ਾਇਦ ਇੱਕ ਵਾਰ ਅੱਗੇ ਵੀ ਕੀਤੀ ਹੋਵੇ, ਵੀ ਜਿਸ ਵੇਲੇ ਕੋਈ ਬੰਦਾ ਤੁਹਾਨੂੰ ਗੱਲ ਦੱਸਣ ਲੱਗਦਾ ਨਾ ਜੀ, ਅਤੇ ਤੁਸੀਂ ਉਹਨੂੰ ਪਹਿਲਾਂ ਕਹਿੰਦੇ ਆਈ ਨੋ, ਮੈਨੂੰ ਪਤਾ ਆਈ ਨੋ, ਉਹਦੀ ਫੂਕ ਕੱਢ ਦਿੰਦੇ। ਹਾਂਜੀ, ਮੈਂ ਇੱਕ ਬੰਦਾ ਦੇਖਿਆ, ਉਹ ਕਹਿੰਦਾ ਜੀ ਅਖੇ ਅਸੀਂ ਐਤਕੀ ਛੁੱਟੀਆਂ 'ਚ ਲੰਡਨ ਗਏ ਸੀ, ਫਿਰ ਅਸੀਂ ਟਾਵਰ ਆਫ ਲੰਡਨ ਗਏ, ਅਤੇ ਉਹ ਕਹਿੰਦਾ ਬੁਕਿੰਗਮ ਪੈਲਸ ਅਸੀਂ ਵੀ ਗਏ ਸੀਗੇ, ਉੱਥੇ ਜਾ ਕੇ ਉੱਥੇ ਕਹਿੰਦਾ ਰਿਵਰ ਥੇਮਸ 'ਤੇ ਵੀ ਗਏ ਹੋਣੇ ਆ ਕਹਿੰਦਾ। ਅਤੇ ਅੱਛਾ ਉਹ ਫਿਰ ਸਾਰੇ ਉਹ ਆਪਣੇ ਦੱਸਣ ਲੱਗ ਪਿਆ ਜੀ, ਸਾਰੇ ਉੱਥੇ ਗਏ ਜਾ ਕੇ। ਉਹ ਦੂਆ ਬੰਦਾ ਚੁੱਪ ਕਰ ਰਿਹਾ ਜਾ ਕੇ ਜੀ। ਸੋ ਇੱਕ ਤਾਂ ਮੈਂ ਇਹ ਕਹਿੰਦਾ ਵੀ ਜਦੋਂ ਕੋਈ ਬੰਦਾ ਦੱਸਦਾ ਗੱਲ ਤਾਂ ਉਹਨੂੰ, ਜੇ ਤੁਹਾਨੂੰ ਪਤਾ ਵੀ ਹੈ ਇਹ ਗੱਲ ਨਾ, ਉਦੋਂ ਤੁਹਾਡੇ 'ਚ ਇਹ ਸਿਫਤ ਹੈਗੀ ਹੈ, ਪਰ ਇਹ ਜੇ ਪਤਾ ਵੀ ਹੈ ਤੁਹਾਨੂੰ ਨਾ, ਫਿਰ ਤੁਸੀਂ ਚੁੱਪ ਕਰ ਰਹੋ ਜਾ ਕੇ, ਉਹਦੀ ਗੱਲ ਸੁਣ ਲਓ। ਉਹਦੀ ਗੱਲ ਨੂੰ ਆਪਣੀ ਬਣਾ ਕੇ ਦੱਸਣਾ ਇੱਕ ਕਿਸਮ ਨਾਲ ਉਹਦਾ ਅਪਮਾਨ ਕਰਨਾ ਹੈ। ਉਹ ਬੰਦੇ ਦਾ ਅਪਮਾਨ ਹੋ ਜਾਂਦਾ ਜਿਹੜਾ ਤੁਹਾਨੂੰ ਗੱਲ ਦੱਸਣ ਲੱਗਦਾ ਜਾ ਕੇ, ਫਿਰ ਉਹ ਚੁੱਪ ਜਿਹਾ ਕਰ ਜਾਂਦਾ। ਸੋ ਗੱਲ ਸੁਣ ਲਓ ਜੇ ਤੁਹਾਨੂੰ ਪਤਾ ਵੀ ਹੈਗਾ ਉਸ ਗੱਲ। ਵੈਸੇ ਇਹਦਾ ਫਾਇਦਾ ਇੱਕ ਹੋਰ ਵੀ ਮੈਂ ਤਾਂ ਦੇਖਦਾ ਵੀ ਤੁਹਾਡਾ ਜਿਹੜਾ, ਜੇ ਤੁਹਾਨੂੰ ਪਤਾ, ਤੁਹਾਡਾ ਆਪਣਾ ਵਰਜ਼ਨ ਹੁੰਦਾ ਪਤਾ ਹੋਣ ਦਾ ਵੀ, ਹੋ ਸਕਦਾ ਉਹਦਾ ਨਜ਼ਰੀਆ ਕੋਈ ਹੋਰ ਹੋਵੇ, ਹੋਰ ਕਿਸੇ ਹੋਰ ਨਜ਼ਰੀਏ ਤੋਂ ਵੇਖਿਆ ਹੋਏ, ਤੁਹਾਨੂੰ ਕੋਈ ਨਵੀਂ ਗੱਲ ਦਾ ਪਤਾ ਲੱਗ, ਕੁਛ ਨਾ ਕੁਛ ਤਾਂ ਪਤਾ ਲੱਗੂਗਾ ਜੀ, ਕੁਛ ਨਾ ਕੁਛ ਤਾਂ ਪਤਾ ਨਹੀਂ। ਤਾਂ ਕਾਮਨ ਸੈਂਸ ਤੇ ਕਰਟਸੀ ਦੀ ਗੱਲ ਆ ਯਾਰ, ਉਹਦੀ ਗੱਲ ਸੁਣ ਲਓ, ਤੁਹਾਡੇ ਵਿੱਚ ਕਰਟਸੀ ਜਿਹੜੀ ਆ ਵਧੂਗੀ ਪਹਿਲਾਂ ਨਾਲੋਂ ਜਾ ਕੇ ਜੋ ਇਹ। ਸੋ ਇੱਕ ਤਾਂ ਇਹ ਗੱਲ ਆ। ਦੂਜੀ ਇਹ ਗੱਲ ਆ ਵੀ ਕਦੇ ਵੀ ਇਹ ਫੀਲ ਨਾ ਕਰੋ ਜਾ ਕੇ ਜੀ ਵੀ ਮੈਨੂੰ ਬਹੁਤ ਪਤਾ।
ਮੈਨੂੰ ਬਹੁਤ ਪਤਾ। ਇਹ ਆਮ ਬੰਦੇ ਕਈ ਵਾਰ ਕਹੇ ਉਹ ਮੈਨੂੰ ਸਭ ਪਤਾ, ਮੈਨੂੰ ਸਭ ਪਤਾ। ਮੇਰੇ ਫਾਦਰ ਨੇ ਕਹਿਣਾ ਇੱਦਾਂ ਨਹੀਂ ਕਹੀਦਾ ਹੁੰਦਾ, ਮੈਨੂੰ ਸਭ ਪਤਾ। ਮੇਰੇ ਧੁੱਪ ਨਾਲ ਚਿੱਟੇ ਨਹੀਂ ਹੋਏ। ਆਹੋ, ਤੇ ਜੇ ਕਹਿਣਾ ਹੀ ਆ ਤਾਂ ਇੰਨਾ ਕਹਿ ਲਿਆ ਕਰੋ ਮੈਨੂੰ ਥੋੜ੍ਹਾ ਜਿਹਾ ਪਤਾ, ਇੰਨਾ ਕਹਿ ਲਿਆ ਕਰੋ। ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦਾ ਨਾ ਜੀ, ਹੁਣ ਤੁਸੀਂ ਦੇਖੋ ਸੁਕਰਾਤ ਵਰਗੇ ਬੰਦੇ ਨੂੰ ਵੀ ਐਂਡ ਦੇ ਵਿੱਚ ਇਹ ਕਹਿਣਾ ਪਿਆ ਜਾ ਕੇ ਵੀ ਵਨ ਥਿੰਗ ਆਈ ਨੋ ਦੈਟ ਆਈ ਨੋ ਨਥਿੰਗ। ਠੀਕ ਹੈ, ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਹੈ ਜੀ ਵੀ ਆਈ ਨੋ ਨਥਿੰਗ, ਮੈਂ ਇਹ ਕਹਿ ਸਕਦਾ ਵੀ ਵਨ ਥਿੰਗ ਆਈ ਨੋ ਦੈਟ ਆਈ ਨੋ ਵੈਰੀ ਲਿਟਲ, ਵੀ ਥੋੜ੍ਹਾ ਜਿਹਾ ਪਤਾ ਮੈਨੂੰ ਜਿਹੜਾ ਹੈ। ਕਿਉਂਕਿ ਇਹ ਦੁਨੀਆ ਦੇ ਸਾਰੇ ਨਿਗਾਹ ਮਾਰ ਕੇ ਦੇਖੋ ਕਿੰਨਾ ਕੁ ਪਤਾ ਤੁਹਾਨੂੰ, ਤਾਂ ਥੋੜ੍ਹਾ ਜਿਹਾ ਪਤਾ, ਕਿਸੇ ਗੱਲ ਦਾ ਬਹੁਤਾ ਤਾਂ ਪਤਾ ਹੀ ਹੈ ਨਹੀਂ ਜਾ ਕੇ। ਤੇ ਅੱਛਾ, ਇੱਕ ਸਨ ਸਾਹਿਬ ਮੈਨੂੰ ਸ਼ੇਰ, ਇੱਕ ਸ਼ਾਇਰ ਹੋਏ ਆ ਮੀਰ ਤਕੀ ਮੀਰ। ਅੱਛਾ। ਇਹ ਤਕਰੀਬਨ ਕਹਿ ਲਓ ਇਹਨਾਂ ਦੀ 1810 ਦੇ ਵਿੱਚ ਡੈਥ ਹੋਈ ਆ, ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਕਹਿ ਸਕਦਾ। ਇਹਨਾਂ ਦਾ ਇੱਕ ਸ਼ੇਰ ਹੈ ਜੀ, ਉਹ ਸ਼ੇਰ ਹੈ ਜੀ ਵੀ ਯਹੀ ਜਾਨਾ ਕਿ ਕੁਛ ਨਾ ਜਾਨਾ ਔਰ ਇਹ ਵੀ ਇੱਕ ਉਮਰ ਮੇਂ ਹੁਆ ਮਾਲੂਮ। ਉਹ ਕਹਿੰਦਾ ਵੀ ਇਹੀ ਮੈਨੂੰ ਲੱਭਾ ਵੀ ਮੈਨੂੰ ਕੁਛ ਨਹੀਂ ਪਤਾ, ਔਰ ਇਸ ਗੱਲ ਦਾ ਪਤਾ ਲਾਉਣ ਲਈ ਵੀ ਮੇਰੀ ਸਾਰੀ ਉਮਰ ਲੱਗ ਗਈ ਹੈ ਪਤਾ ਕਰਨੇ ਵੀ ਤੈਨੂੰ ਕੁਛ ਨਹੀਂ ਪਤਾ। ਯਹੀ ਜਾਨਾ ਕਿ ਕੁਛ ਨਾ ਜਾਨਾ ਔਰ ਇਹ ਵੀ ਇੱਕ ਉਮਰ ਮੇਂ ਹੁਆ ਮਾਲੂਮ। ਔਰ ਇਸ ਸ਼ਾਇਰ ਬਾਰੇ ਮੈਨੂੰ ਪਤਾ ਨਹੀਂ, ਤੁਹਾਨੂੰ ਪਤਾ ਗਾਲਿਬ ਨੂੰ ਤਾਂ ਆਮ ਤੌਰ 'ਤੇ ਬਹੁਤ ਹੁੰਦਾ ਸੀ ਵੀ ਮੇਰੀ ਕੋਈ ਜੋੜ ਹੀ ਨਹੀਂ ਹੈ ਜਾ ਕੇ, ਗਾਲਿਬ ਕਾ ਹੈ ਅੰਦਾਜ਼ੇ ਬਿਆਨ, ਗਾਲਿਬ ਕਾ ਹੈ ਅੰਦਾਜ਼ੇ ਬਿਆਨ। ਪਰ ਗਾਲਿਬ ਦਾ ਇੱਕ ਸ਼ੇਰ ਹੈ ਜੀ, ਇਹ ਜਿਹੜੀ ਬੋਲੀ 'ਚ ਲਿਖਦੇ ਸੀ ਨਾ ਜੀ, ਇਹਨੂੰ ਰੇਖਤਾ ਕਹਿੰਦੇ ਸੀ। ਉਰਦੂ ਤੇ ਹਿੰਦੀ ਤੇ ਪਰਸ਼ੀਅਨ ਦਾ ਮਿਕਸਚਰ ਹੈ ਨਾ, ਇਹਨੂੰ ਰੇਖਤਾ ਕਹਿੰਦੇ ਆ, ਉਸ ਸਮੇਂ ਕਹਿੰਦੇ ਸੀ ਰੇਖਤਾ ਜੀ। ਤਾਂ ਗਾਲਿਬ ਦਾ ਇੱਕ ਸ਼ੇਰ ਹੈ ਜੀ, ਰੇਖਤੇ ਕੇ ਤੁਮ ਹੀ ਉਸਤਾਦ ਨਹੀਂ ਹੋ ਗਾਲਿਬ, ਅਗਲੇ ਦੌਰ ਮੇਂ ਕੋਈ ਮੀਰ ਵੀ ਥਾ। ਨਾ ਗਾਲਿਬ ਸਾਹਿਬ ਵੈਸੇ ਇਹ ਵੀ ਕਹਿੰਦੇ ਗਾਲਿਬ शायर तो अच्छा है लेकिन बदनाम बहुत है। बदनाम बहुत है। अगले दौर में कोई मीर भी था। मीर ਦੀ ਗੱਲ ਉਹਦੀ ਸਿਫਤ ਕੀਤੀ ਹੈ। ਸੋ ਦੇਖੇ ਆਪਣੇ ਗਿਆਨ 'ਤੇ ਕਦੇ ਫਖਰ ਨਹੀਂ ਆਦਮੀ ਨੂੰ ਕਰਨਾ ਚਾਹੀਦਾ। ਇੱਕ ਥਿੰਨ ਸਭ ਜਿੱਦਾਂ ਅੱਗੇ ਇੱਕ ਦਿਨ ਮੈਂ ਗੱਲ ਕੀਤੀ ਸੀ ਵੀ ਜਿੱਦਾਂ ਗੋਰਕੀ ਨੇ ਕਿਹਾ, ਗੋਰਕੀ ਨੇ ਇੱਕ ਤੁਹਾਨੂੰ ਯਾਦ ਹੋਣਾ ਬੜੀ ਬੁੱਕ ਮਸ਼ਹੂਰ ਹੋਈ ਸੀ ਮਦਰ, ਉਹਦਾ ਨਾਵਲ ਮਸ਼ਹੂਰ ਹੋਇਆ ਸੀਗਾ ਗੋਰਕੀ ਦਾ। ਉਹ ਲੱਥਾ ਵੀ ਪੰਜਾਬੀ 'ਚ ਹੋਇਆ, ਬਹੁਤ ਜ਼ਮਾਨਾ 'ਚ ਲੱਥਾ ਹੋਇਆ ਉਹਦਾ। ਅਤੇ ਉਹ ਗੋਰਕੀ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਸੀ ਵੀ ਮੈਂ ਜਨਮ ਤੋਂ ਬਾਅਦ 5 ਮਿੰਟ ਇਨਸਾਨ ਰਿਹਾ, 5 ਮਿੰਟ ਬਾਅਦ ਫਿਰ ਮੇਰੇ ਕੰਨਾਂ 'ਚ ਪਾਉਣ ਲੱਗ ਪਿਆ ਤੂੰ ਰੂਸੀ ਆ, ਤੂੰ ਕ੍ਰਿਸਚੀਅਨ ਆ, ਤੂੰ ਫਲਾਨਾ ਆ, ਤੂੰ ਫਲਾਨਾ ਆ। ਫਿਰ ਮੈਂ ਇਨਸਾਨ ਨਹੀਂ ਰਿਹਾ ਜਾ ਕੇ। ਫਿਰ ਮੈਂ ਹੁਣ ਸਾਡੇ ਵੀ ਨਾਲ ਇਹੀ ਆ, 5 ਮਿੰਟ ਆ ਤੂੰ ਸਿੱਖ ਆ, ਤੂੰ ਪੰਜਾਬੀ ਆ, ਤੂੰ ਜੱਟ ਆ, ਤੂੰ ਫਲਾਨਾ। ਉੱਥੋਂ ਹੀ ਸਾਡੇ ਦਿਮਾਗ ਦੇ ਵਿੱਚ ਪੈਣਾ ਸ਼ੁਰੂ ਕਰ। ਔਰ ਉਹ ਕਹਿੰਦੇ ਗੋਰਕੀ ਕਹਿੰਦੇ ਆ ਫਿਰ ਮੈਂ ਸਾਰੀ ਉਮਰ ਉਹਨਾਂ ਹੀ ਵਿਚਾਰਾਂ ਲਈ ਜਾਂ ਉਹਨਾਂ ਨੂੰ ਡਿਫੈਂਡ ਕੀਤਾ, ਜਾਂ ਮੈਂ ਕਹਿੰਦਾ ਉਹਨਾਂ ਲਈ ਲੜਿਆ, ਉਹਨਾਂ ਵਿਚਾਰਾਂ ਲਈ ਜਿਹੜੇ ਮੇਰੇ ਆਪਣੇ ਨਹੀਂ ਹੈ, ਮੇਰੇ ਕੰਨਾਂ 'ਚ ਪਾਏ ਗਏ ਸੀ। ਇਹੀ ਹਾਲ ਸਾਡਾ ਸਾਰਿਆਂ ਦਾ ਹੈ। ਜੇ ਕ੍ਰਿਸ਼ਨਾ ਮੂਰਤੀ ਬੜੇ ਫਿਲਾਸਫਰ ਹੋਏ ਜੀ, ਉਹ ਇਹ ਕਹਿੰਦੇ ਆ ਜੀ ਵੀ ਤੁਸੀਂ ਕਹਿੰਦੇ ਆ ਨਾ ਜੀ ਵੀ ਫਰੀ ਥਿੰਕਿੰਗ ਕਰੋ, ਫਰੀ ਥਿੰਕਿੰਗ ਹੋ ਹੀ ਨਹੀਂ ਸਕਦੀ। ਉਹ ਕਹਿੰਦੇ ਕਿਉਂਕਿ ਜਨਮ ਤੋਂ ਹੀ ਕੰਡੀਸ਼ਨਿੰਗ ਸ਼ੁਰੂ ਹੋ ਜਾਂਦੀ ਹੈ। ਜਨਮ ਤੋਂ ਹੀ ਤੁਹਾਨੂੰ ਦੱਸਣਾ ਸ਼ੁਰੂ ਹੋ ਜਾਂਦਾ ਵੀ ਤੁਸੀਂ ਫਲਾਨੇ ਆ, ਫਲਾਨੇ ਆ, ਫਲਾਨੇ ਤੂੰ ਤੁਹਾਡੇ ਇਹ ਵਿਚਾਰ ਹੈ, ਉਹ ਤੁਹਾਡੇ ਵਿਚਾਰ ਬਣ ਜਾਂਦੇ ਆ। ਫਿਰ ਤੁਸੀਂ ਸਾਰੀ ਉਮਰ ਉਹਨਾਂ ਵਿਚਾਰਾਂ 'ਤੇ, ਜੇ ਹੁਣ ਅਸੀਂ ਜਿਸ 'ਤੇ ਜਨਮ ਹੁੰਦਾ ਉੱਦਾਂ ਦੇ ਬਣ ਜਾਂਦੇ ਹਾਂ। ਜਾਟਿਆਂ ਤਾਂ ਜਾਟਿਆਂ, ਸਿੱਖਿਆਂ ਤਾਂ ਸਿੱਖਿਆ, ਹਿੰਦੂ ਤਾਂ ਮੁਸਲਮਾਨ, ਉੱਦਾਂ ਦੇ ਉਹਨੂੰ ਫਿਰ ਡਿਫੈਂਡ ਕਰਦੇ ਰਹਿੰਦੇ। 99% ਨਹੀਂ, ਕੋਈ ਕਿਤੇ ਉਹਦੇ ਬਦਲ। ਸਾਡੇ ਸੁਣਨ ਵਾਲੇ ਬਹੁਤ ਸਾਰੇ ਜਾਣਦੇ ਆ ਤੁਹਾਡੇ ਵਿਚਾਰ ਪਹਿਲਾਂ ਹੋਰ ਸੀ। ਹਾਂ, ਤੁਸੀਂ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਹਾਂ, ਨੈਕਸਟ ਲਾਈਟ ਮੂਵਮੈਂਟ 'ਚ ਤੁਹਾਡੀ ਗ੍ਰਿਫਤਾਰੀ ਹੋਈ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਾਲਜ ਦੇ ਜ਼ਮਾਨੇ। ਪਰ ਹੁਣ ਤੁਹਾਡੀ ਵਿਚਾਰਧਾਰਾ ਬਿਲਕੁਲ ਬਦਲੀ ਹੋਈ ਹੈ। ਨਹੀਂ ਸਰ ਦੇਖੋ ਮੇਰੀ ਗੱਲ ਤਾਂ ਹੁਣ ਦੀ ਵੀ ਜਿਹੜੀ ਮੇਰੀ ਵਿਚਾਰਧਾਰਾ ਆ, ਇਹ ਵੀ ਕੰਡੀਸ਼ਨਿੰਗ ਹੋਈ ਹੈ ਨਾ, ਕਿਉਂਕਿ ਮੈਂ ਉਸ ਮਾਹੌਲ ਦੇ ਵਿੱਚ ਹੋਇਆ ਹੋਣਾ ਜਿੱਥੇ ਮੂਵਮੈਂਟਾਂ ਚੱਲੀਆਂ, ਜਿੱਥੇ ਦੁਆ ਹੋ ਗਿਆ, ਉਹਨਾਂ ਦਾ ਅਸਰ ਮੇਰੇ ਪਿਆ। ਮੈਨੂੰ ਉੱਦਾਂ ਦੇ ਬੰਦੇ ਮਿਲੇ ਜਿਨ੍ਹਾਂ ਬੰਦਿਆਂ ਨੇ ਮੈਨੂੰ ਪ੍ਰਭਾਵਿਤ ਕੀਤਾ। ਸੋ ਮੇਰਾ ਮਤਲਬ ਇਹ ਆ ਵੀ ਜਿਹੜਾ ਵੀ ਸਾਡੀ ਕੰਡੀਸ਼ਨਿੰਗ ਹੋ ਜਾਂਦੀ ਹੈ, ਹੁਣ ਵੀ ਕੰਡੀਸ਼ਨਿੰਗ ਹੋ ਰਹੀ ਆ। ਇਹ ਤਾਂ ਨਹੀਂ ਇਹ ਗੱਲ ਜੇ ਨਹੀਂ ਹੈ, ਜੇ ਸੁਣਨ ਵਾਲਿਆਂ ਦੀ ਵੀ ਹੋ ਰਹੀ ਹੈ। ਸੁਣਨ ਵਾਲੇ ਕਈ ਸੋਚਦੇ ਹੋਣੇ ਜਿਹੜੇ ਵੀ ਇਹ ਵੀ ਗੱਲ ਸਹੀ ਕਹਿੰਦਾ, ਕੋਈ ਕਹਿੰਦਾ ਇਹ ਗੱਲ ਗਲਤ ਕਹਿੰਦਾ, ਜਾ ਕੇ ਕੰਡੀਸ਼ਨਿੰਗ ਤਾਂ ਹੋ ਰਹੀ ਹੈ। ਸੋ ਸਾਡੇ ਜਿਹੜੇ ਵਿਚਾਰ ਹੈ, ਅਸੀਂ ਸਾਰੇ ਵਿਚਾਰ ਲੈਂਦੇ ਹਾਂ ਆਲੇ ਦੁਆਲੇ ਜਾ ਕੇ। ਓਰੀਜਨਲੀ ਸਾਡੇ ਮਨ ਦੇ ਵਿੱਚੋਂ ਮੇਰਾ ਆਈ ਡੋਂਟ ਥਿੰਕ ਕੋਈ। ਫਿਰ ਕਿਵੇਂ ਕਰਨਾ ਚਾਹੀਦਾ, ਕਿਹੜੀ ਕਸਵੱਟੀ 'ਤੇ ਲਾਇਆ ਕਰੀਏ? ਦੇਖੋ ਮੈਂ ਤਾਂ ਇਹ ਕਸਵੱਟੀ 'ਤੇ ਹੁਣ ਮੈਂ ਤੁਹਾਨੂੰ ਦੱਸਦਾ ਜੀ, ਇੱਕ ਬਹੁਤ ਜ਼ਰੂਰੀ ਗੱਲ ਹੈ ਜੀ ਵੀ ਸਹੀ ਕੀ ਆ ਗਲਤ ਕੀ ਆ, ਇਹਦਾ ਫੈਸਲਾ ਤੁਸੀਂ ਕਰੋ। ਤੁਸੀਂ ਆਪ ਕਰਨਾ ਹੈ, ਆਪ ਸੋਚਣਾ ਇਹਦੇ 'ਤੇ ਵੀ ਸਹੀ ਕੀ ਆ ਗਲਤ ਕੀ ਆ। ਇਹ ਨਹੀਂ ਹੈ ਜਾ ਕੇ ਵੀ ਚਾਹੇ ਫਲਾਣੇ ਨੇ ਕਹਿਤਾ, ਗੁਰੂ ਪੀਰ ਪੈਗੰਬਰ ਨੇ ਕਹਿਤਾ, ਮੇਰੇ ਧਰਮ ਨੇ ਕਹਿਤਾ, ਮੇਰੀ ਸਿਆਸਤ ਨੇ ਉਹ ਕਹਿਤਾ, ਮੇਰੀ ਦੇਸ਼ ਭਗਤੀ ਨੇ ਕਹਿਤਾ। ਨੋ, ਤੁਸੀਂ ਇਹ ਸੋਚਣਾ ਵੀ ਕੀ ਇਹ ਗੱਲ ਠੀਕ ਹੈ ਜਾਂ ਇਹ ਗੱਲ ਗਲਤ ਹੈ। ਕਿਸੇ ਦੇ ਕਹੇ 'ਤੇ ਨਹੀਂ, ਕਿਉਂਕਿ ਦੇਖੋ ਤੁਹਾਨੂੰ ਆਪਣਾ ਸਿਰ ਯੂਜ਼ ਕਰੋ, ਕਿਉਂਕਿ ਹਰ ਬੰਦੇ ਨੂੰ ਸਿਰ ਮਿਲਿਆ ਆ ਸੋਚਣ ਦੇ ਲਈ ਜਾ ਕੇ। ਉਹ ਇਹ ਨਹੀਂ ਹੈ ਵੀ ਕਿਸੇ ਨੇ ਕਹਿਤਾ ਹਾਂਜੀ ਕਿਉਂਕਿ ਇਹ ਤਾਂ ਫਲਾਣੇ ਨੇ ਗੱਲ ਕਹਿਤੀ ਆ, ਚਾਹੇ ਮਹਾਤਮਾ ਬੁੱਧ ਨੇ ਗੱਲ ਕਹੀ ਹੈ, ਚਾਹੇ ਕਿਸੇ ਨੇ ਕਹੀ। ਜੇ ਤੁਹਾਡਾ ਸਿਰ ਨਹੀਂ ਮੰਨਦਾ ਤਾਂ ਡੋਂਟ ਐਕਸੈਪਟ ਇਟ।
ਤੁਸੀਂ ਆਪ ਫੈਸਲਾ ਕਰੋ। ਤੁਸੀਂ ਯੋਗ ਹੈ ਇਸ ਗੱਲ ਦੇ ਫੈਸਲਾ ਕਰਨ ਦੇ, ਤੁਹਾਡੇ ਕੋਲ ਬ੍ਰੇਨ ਆ, ਤੁਹਾਡੇ ਕੋਲ ਸੋਚਣ ਸ਼ਕਤੀ ਆ, ਸੋ ਆਪ ਕਹੋ। ਪਰ ਇਹ ਨਾਲ ਇਹ ਬਹੁਤ ਜ਼ਰੂਰੀ ਆ ਵੀ ਜਿਹੜੇ ਤੁਹਾਡੇ ਸੋਚ ਕੇ ਤੁਹਾਡਾ ਵਿਚਾਰ ਬਣ ਗਿਆ ਨਾ ਜੀ, ਉਸ ਵਿਚਾਰ ਦੀ ਖਾਤਰ ਦੂਜਿਆਂ ਨਾਲ ਲੜੋ ਨਾ। ਇਹ ਬਹੁਤ ਜ਼ਰੂਰੀ ਆ। ਅਸੀਂ ਜਦ ਫਿਰ ਵਿਚਾਰ ਬਣਾ ਵੀ ਲੈਂਦੇ ਨਾ ਜੀ, ਫਿਰ ਲੜਦੇ ਆ ਉਹਦੇ ਲਈ ਜਾ ਕੇ ਵੀ ਨਹੀਂ ਮੇਰਾ ਇਹ ਵਿਚਾਰ ਸਹੀ ਆ, ਤੇਰਾ ਗਲਤ ਹੈ ਜਾ ਕੇ। ਤੇ ਔਰ ਉਹਦੇ ਤੇ ਬਹਿਸ ਕਰਦੇ ਕਰਦੇ ਇੰਨੀਆਂ ਲੜਾਈਆਂ ਹੋ ਜਾਂਦੀਆਂ ਜਿੱਥੇ ਮਾਰ ਕਟਾਈ ਕਤਲਾਂ ਤੱਕ ਜਾਂਦੇ ਆ ਜਾ ਕੇ, ਸਿਰਫ ਇਸ ਗੱਲ ਕਰਕੇ ਵੀ ਤੂੰ ਉੱਦਾਂ ਨਹੀਂ ਸੋਚਦਾ ਜਿੱਦਾਂ ਮੈਂ ਸੋਚਦਾ, ਤੂੰ ਉੱਦਾਂ ਹੀ ਸੋਚ ਜਿੱਦਾਂ ਮੈਂ ਸੋਚਦਾ। ਇਹ ਨਹੀਂ ਹੈ। ਇਹ ਇੱਦਾਂ ਸਮਝੋ ਵੀ ਜਿੱਦਾਂ ਮੈਨੂੰ ਅਧਿਕਾਰ ਆ ਆਪਣੇ ਵਿਚਾਰ ਰੱਖਣ ਦਾ, ਇੱਦਾਂ ਇਹਨੂੰ ਵੀ ਉੱਦਾਂ ਹੀ ਅਧਿਕਾਰ ਆ। ਜਿਹੜੀ ਮਹੱਜ਼ਬ ਜਿਹੜੀ ਸੁਸਾਇਟੀ ਆ ਇਹ ਮੁਆਸ਼ਰੇ ਦੇ ਵਿੱਚ, ਉਹ ਲੋਕ ਤਾਂ ਫਿਰ ਮੇਰਾ ਖਿਆਲ ਨਹੀਂ ਕਈ ਲੜਦੇ ਨਹੀਂ ਇਸ ਗੱਲ ਦੇ ਉੱਤੇ। ਉਹ ਕਹਿੰਦੇ ਕਿ ਮੇਰੇ ਵਿਚਾਰ ਤੇਰੇ ਨੂੰ ਵੱਖਰੇ ਆ। ਜਿੱਦਾਂ ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ, ਵੋਲਟੇਅਰ ਨੇ ਇੱਕ ਵਾਰ ਗੱਲ ਕਹੀ ਸੀ, ਉਹ ਬੰਦੇ ਨੂੰ ਕਹਿੰਦਾ ਵੀ ਜੋ ਤੂੰ ਕਹਿੰਦਾ ਨਾ ਇਹ ਮੈਨੂੰ 100% ਗਲਤ ਲੱਗਦੀ ਹੈ ਗੱਲ, ਪਰ ਮੈਂ ਤੇਰੇ ਇਹ ਵਿਚਾਰ ਰੱਖਣ ਦੇ ਅਧਿਕਾਰ ਦੀ 100% ਸਪੋਰਟ ਕਰਦਾ। ਤੈਨੂੰ ਹੱਕ ਹੈ ਵਿਚਾਰ ਰੱਖਣ ਦਾ, ਚਾਹੇ ਮੈਂ 100% ਇਹਨੂੰ ਗਲਤ ਸਮਝਣਾ ਜਾ ਕੇ। ਸੋ ਇਸ ਕਰਕੇ ਨਾਲੇ ਥਿੰਦ ਸਾਹਿਬ ਮੈਂ ਤੁਹਾਨੂੰ ਦੱਸਾਂ, ਜੋ ਮੇਰਾ ਤਜਰਬਾ ਜ਼ਿੰਦਗੀ ਦਾ, ਮੈਨੂੰ ਤਾਂ ਇੱਦਾਂ ਲੱਗਦਾ ਜਿਹੜਾ ਵੀ ਵਿਚਾਰ ਹੈ ਨਾ ਉਹਦਾ ਦੂਜਾ ਪੱਖ ਜ਼ਰੂਰ ਹੁੰਦਾ। ਉਹਦਾ ਹੁੰਦਾ ਦੂਜਾ ਪੱਖ। ਜਿਹੜੀ ਚਾਹੇ ਤੁਸੀਂ ਪਰਿਵਾਰਾਂ 'ਚ ਪਰਿਵਾਰ 'ਚ ਵੀ ਦੇਖ ਲਓ, ਜ਼ਿਆਦਾ ਆਪਾਂ ਕਿਤੇ ਝਗੜਾ ਕਰਦੇ ਹਾਂ, ਜੇ ਕੋਈ ਸਾਡਾ ਪਾਰਟਨਰ ਜਾਂ ਕੋਈ ਗੱਲ ਕਹਿੰਦਾ ਉਹਦੀ ਗੱਲ 'ਚ ਵੀ ਥੋੜ੍ਹਾ ਜਿਹਾ ਪੱਖ ਹੁੰਦਾ, ਉਹ ਦੂਜਾ ਪੱਖ ਹੁੰਦਾ ਆ, ਪਰ ਅਸੀਂ ਸਮਝਦੇ ਨਹੀਂ ਜੇ ਦੂਜਾ ਪੱਖ ਨਹੀਂ ਸਾਡਾ ਹੀ ਠੀਕ ਹੈ। ਸੋ ਇਹ ਚਾਹੇ ਜਿਹੜੀ ਹੈਗੀ ਇਹ ਗੱਲ ਜ਼ਰੂਰ ਹੈਗੀ ਵੀ ਇਹਦੇ 'ਤੇ ਲੜੋ ਨਾ ਇਸ ਗੱਲ ਦੇ ਉੱਤੇ ਵੀ ਮੇਰੇ ਵਿਚਾਰ ਠੀਕ ਹੈ, ਪਰ ਵਿਚਾਰ ਜਿਹੜੇ ਆਪ ਬਣਾਓ। ਇੱਕ ਗੱਲ ਹੋਰ ਹੈ ਮੇਰੇ ਦਿਮਾਗ ਦੇ ਵਿੱਚ, ਉਹ ਇਹ ਆ ਵੀ ਅਸੀਂ ਜਿਹੜਾ ਇਨਸਾਨ ਆ ਉਹ ਫਿਕਰ ਬਹੁਤ ਕਰਦਾ ਜੀ। ਫਿਕਰ ਬਹੁਤ ਕਰਦਾ। ਫਿਕਰ ਨੇ ਮੈਨੂੰ ਲੱਗਦਾ ਇੰਨਾ ਡਿਪਰੈਸ਼ਨ ਲਿਆਂਦਾ ਆ, ਇੰਨਾ ਦੂਜਾ ਲਿਆਂਦਾ ਆ, ਇੰਨਾ ਬਲੱਡ ਪ੍ਰੈਸ਼ਰ, ਫਿਕਰ ਬਹੁਤ ਕਰਦੇ ਆ। ਔਰ ਥੈਂ ਜਿਹੜੀ ਗੱਲ ਹੈਗੀ ਆ ਜਾ ਕੇ ਇਹ ਕਿਹਾ ਜਾਂਦਾ ਵੀ ਫਿਕਰ ਨਾ ਕਰੋ, ਫਿਕਰ ਨਾ ਕਰੋ, ਫਿਕਰ ਨਾ ਕਰੋ। ਪਰ ਫਿਕਰ ਨੂੰ ਜ਼ਿੰਮੇਵਾਰੀ ਨਾਲ ਜੋੜਿਆ ਹੋਇਆ। ਆਪਾਂ ਕਹਿੰਦੇ ਉਹ ਤਾਂ ਯਾਰ ਬੇਫਿਕਰ ਲਾਪਰਵਾਹ ਬੰਦਾ, ਉਹਦਾ ਜ਼ਿੰਮੇਵਾਰੀ ਨਹੀਂ ਲੈ ਸਕਦਾ। ਜ਼ਿੰਮੇਵਾਰੀ ਤੇ ਫਿਕਰ ਦਾ ਸਿੱਧਾ ਤਾਲੁਕ ਆ। ਥਿੰਦ ਸਾਹਿਬ ਮੈਂ ਤੁਹਾਡੇ ਨਾਲ ਜਿਹੜਾ ਹੈਗਾ ਇੱਥੇ ਕਹਿੰਦੇ 100% ਐਗਰੀ ਕਰਦਾ। ਇੱਕ ਮੈਂ ਤੁਹਾਨੂੰ ਇਹ ਦੱਸਦਾ, ਮੈਂ ਜਿਹੜੀ ਅੱਜ ਗੱਲ ਕਹਿਣੀ ਆ, ਮੈਂ ਇਹ ਕਹਿਣੀ ਆ ਫਿਕਰ ਕਰੋ। ਅੱਛਾ। ਮੈਂ ਇਹ ਗੱਲ ਕਹਿਣੀ ਆ ਫਿਕਰ ਕਰੋ, ਕਿਉਂਕਿ ਫਿਕਰ ਤੋਂ ਬਿਨਾਂ ਕੋਈ ਪ੍ਰੋਗਰੈਸ ਨਹੀਂ ਹੋਣੀ ਹੈ। ਤੁਸੀਂ ਫਿਕਰ ਕਰੋਗੇ ਤਾਂ ਪ੍ਰੋਗਰੈਸ ਹੋਣੀ ਹੈ ਜਾ ਕੇ। ਸਾਰੀ ਦੁਨੀਆ ਦੀ ਜਿਹੜੀ ਪ੍ਰੋਗਰੈਸ ਖੜੀ ਆ ਉਹ ਤਾਂ ਹੀ ਖੜੀ ਆ ਕਿ ਇਨਸਾਨ ਨੇ ਫਿਕਰ ਕੀਤਾ। ਇੱਕ ਗੱਲ। ਦੂਜੀ ਗੱਲ, ਤੁਸੀਂ ਨਾ ਫਿਕਰੇ ਹੋਏ ਨਹੀਂ ਸਕਦੇ ਅੰਟਿਲ ਐਂਡ ਅਨਲੈਸ ਤੁਸੀਂ ਪਾਗਲ ਹੋ ਗਏ ਆ। ਜੇ ਤੁਸੀਂ ਜੀਂਦੇ ਜਾਗਦੇ ਇਨਸਾਨ ਆ, ਪਾਗਲ ਨਹੀਂ ਹੈ, ਤਾਂ ਫਿਰ ਤੁਸੀਂ ਫਿਕਰ ਕਰੋਗੇ। ਅੱਛਾ, ਜੇ ਹੁਣ ਇਹ ਗੱਲ ਚੱਲ ਹੀ ਪਈ ਆ, ਜਿਹੜਾ ਫਿਕਰ ਹੈ ਪਰ ਸਾਹਿਬ ਉਹਦੇ ਨਾਲ ਨਾ ਫੀਅਰ ਅਟੈਚ ਹੋ ਜਾਂਦਾ। ਫੀਅਰ ਚੰਗੀ ਗੱਲ ਨਹੀਂ। ਤੁਸੀਂ ਕੀ ਵੀ ਕਿਹਾ ਵੀ ਮੈਨੂੰ ਹੁਣ ਤਾਂ ਲੋਕ ਟੀ-ਸ਼ਰਟਾਂ ਪਾ ਕੇ ਨੋ ਫੀਅਰ, ਡਰੋ ਨਾ, ਪਰ ਜਿਹੜਾ ਫਿਕਰ ਹੈ ਉਹ ਫੀਅਰ ਪੈਦਾ ਕਰਦਾ। ਸਿੰਧ ਸਾਹਿਬ ਪਿਛਲੀ ਵਾਰ ਆਪਾਂ ਗੱਲ ਕਰ ਚੁੱਕੇ ਹਾਂ ਵੀ ਫੀਅਰ ਤੋਂ ਤੁਸੀਂ ਮੁਕਤ ਨਹੀਂ ਹੋ ਸਕਦੇ। ਇਹ ਜਿਹੜੇ ਨਿਰਭੈ ਦੀ ਗੱਲ ਕਰਦੇ ਆ, ਇਹ ਮੈਂ ਕਿਹਾ ਸੀ ਝੂਠ ਦਾ ਸ਼ਬਦ ਥੋੜ੍ਹਾ ਸਖਤ ਆ, ਇਹ ਗਲਤ ਗੱਲ ਕਰਦੇ ਆ। ਨਿਰਭੈ ਨਹੀਂ ਹੋ ਸਕਦਾ ਆਦਮੀ, ਇੰਪੋਸੀਬਲ ਆ। ਮੈਨੂੰ ਪੌੜੀਆਂ ਉਤਰਨ ਲੱਗੇ ਡਰ ਲੱਗਦਾ ਰਹਿੰਦਾ ਵੀ ਕਿਤੇ ਡਿੱਗਣਾ ਪਵਾਂ। ਤੁਹਾਨੂੰ ਲੱਗਦਾ ਹੋਣਾ, ਮੈਨੂੰ ਤਾਂ ਲੱਗਦਾ ਨਹੀਂ। ਤੁਹਾਨੂੰ ਹੋਰ ਕਿਸੇ ਤੋਂ ਲੱਗਦਾ ਹੋਊਗਾ, ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਲੱਗਦਾ ਹੋਵੇ। ਕਾਰ ਚਲਾਉਣਾ, ਕਿਤੇ ਕਾਰ ਮੂਹਰੇ ਵੱਜੇ ਨਾ ਜਾ ਕੇ ਮੈਂ ਰੈੱਡ ਲਾਈਟ 'ਤੇ ਖੜ੍ਹ ਜਾਵਾਂ ਜਾ ਕੇ। ਜੇ ਮੈਂ ਰੈੱਡ ਲਾਈਟ ਪਾਸ ਕੀਤੀ ਤਾਂ ਮੈਂ ਕਾਰ ਦੂਜੇ 'ਚ ਵੱਜੂਗੀ। ਤੁਸੀਂ ਗੱਡੀ ਮੂਹਰੇ ਲੰਮੇ ਨਹੀਂ ਪੈਂਦੇ ਹੈ, ਤੁਹਾਨੂੰ ਫੀਅਰ ਇਸ ਗੱਲ ਦਾ ਵੀ ਗੱਡੀ ਨੇ ਮੈਨੂੰ ਕੁਚਲ ਦੇਣਾ। ਜਿਹੜਾ ਫੀਅਰ ਆ, ਫੀਅਰ ਹੀ ਤੁਹਾਨੂੰ ਜਿਹੜਾ ਹੈਗਾ ਸੇਫ ਰੱਖਦਾ। ਜੇ ਤੁਹਾਨੂੰ ਫੀਅਰ ਨਾ ਹੋਵੇ ਨਾ ਤਾਂ ਤੁਸੀਂ ਤੁਹਾਨੂੰ ਮਰ ਜਾਓ ਇੱਕ ਦਿਨ 'ਚ ਟੱਕਰਾਂ ਮਾਰ ਕੇ ਜਾ ਕੇ। ਮੇਰਾ ਖਿਲਾਫ ਉਹ ਮਤਲਬ ਇਹ ਆ ਵੀ ਬੰਦਾ ਬੰਦੇ ਤੋਂ ਨਾ ਡਰੇ। ਥਿੰਦ ਸਾਹਿਬ ਬੰਦਾ ਬੰਦੇ ਤੋਂ ਵੀ ਡਰੂਗਾ, ਕਿਉਂਕਿ ਜੇ ਤੁਸੀਂ ਫਰਜ਼ ਕਰੋ ਤੁਹਾਡੇ ਦਿਮਾਗ ਦੇ ਵਿੱਚ ਫੀਅਰ ਹੈ ਨਹੀਂ, ਤੁਹਾਡਾ ਲਾ ਦਾ ਫੀਅਰ ਹੈ ਨਹੀਂ, ਫਰਕ ਤੁਸੀਂ ਉਦੋਂ ਹੀ ਫਸ ਜਾਓਗੇ ਜਾ ਕੇ। ਠੀਕ ਹੈ ਨਾ। ਜਾ ਕੇ ਦੇਖੋ ਹੁਣ ਫੀਅਰ ਜਿਹੜਾ ਹੈਗਾ ਆ ਉਹ ਰੌਲਾ ਕਿੱਥੇ ਹੈ ਜੀ? ਰੌਲਾ ਇੱਥੇ ਆ, ਜੇ ਤਾਂ ਤੁਸੀਂ ਫੀਅਰ ਦੇ ਵਿੱਚ ਰੈਸ਼ਨੈਲਿਟੀ ਦੀ ਹੈਲਪ ਲੈਂਦੇ ਆ ਫਿਰ ਤਾਂ ਠੀਕ ਹੈ ਜਾ ਕੇ। ਕਿਵੇਂ? ਉਹ ਇੱਦਾਂ ਵੀ ਆਹ ਜਿਹੜਾ ਫੀਅਰ ਆ ਇਹ ਕਰਨ ਦੇ ਯੋਗ ਹੈਗਾ ਕਿ ਨਹੀਂ ਕਰਨ ਦੇ ਯੋਗ ਹੈਗਾ, ਇਹ ਤੁਹਾਡੀ ਅਕਲ ਤੁਹਾਨੂੰ ਫਿਰ ਦੱਸਦੀ ਆ। ਹਾਂ, ਜਿੱਦਾਂ ਹੁਣ ਤੁਹਾਨੂੰ ਦੱਸਦੀ ਆ ਵੀ ਮੈਨੂੰ ਪੌੜੀਆਂ ਤੋਂ ਡਿੱਗਣ ਦਾ ਕੋਈ ਡਰ ਨਹੀਂ ਹੈ। ਠੀਕ ਹੈ ਨਾ, ਕਿਉਂ ਤੁਹਾਨੂੰ ਇਹ ਦੱਸਦਾ, ਪਰ ਨਾਲ ਤੁਹਾਡੀ ਅਕਲ ਦੱਸਦੀ ਆ ਵੀ ਰੈੱਡ ਲਾਈਟ ਦੇ ਵਿੱਚੋਂ ਕੱਢਣਾ ਜਾਣੀ ਹੈ, ਇਹ ਖਤਰਨਾਕ ਹੈ, ਇੱਥੇ ਦੁਆ ਹੈ। ਠੀਕ ਹੈ। ਜੇ ਤਾਂ ਹੁਣ ਫੀਅਰ ਦੇ ਨਾਲ ਤੁਸੀਂ ਰੈਸ਼ਨੈਲਿਟੀ ਵੀ ਵਰਤਦੇ ਆ, ਫਿਰ ਤਾਂ ਤੁਹਾਡਾ ਫੀਅਰ ਜਿਹੜਾ ਹੈਗਾ ਕੰਟਰੋਲਡ ਆ। ਸੋ ਫੀਅਰ ਮਾਰਿਆ ਨਹੀਂ ਜਾ ਸਕਦਾ, ਫੀਅਰ ਨੂੰ ਕੰਟਰੋਲ ਕੀਤਾ ਜਾ ਸਕਦਾ ਕੁਛ ਹੱਦ ਤੱਕ। ਸੋ ਇਹ ਕੱਢਿਆ ਨਹੀਂ ਜਾ ਸਕਦਾ, ਇਹਦਾ ਇੰਸਟਿੰਕਟ ਹੈ ਬੰਦੇ ਦੇ ਅੰਦਰ।
ਇਹ ਤਾਂ ਫਿਤਰਤ ਹੈ ਬੰਦੇ ਦੀ। ਸੋ ਫਿਕਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ। ਫਿਕਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ। ਫਿਕਰ ਅਕਲ ਕੰਟਰੋਲ ਕਰਦੀ ਆ ਉਹਨੂੰ, ਫਿਕਰ ਨੂੰ ਅਕਲ ਕੰਟਰੋਲ ਕਰਦੀ ਆ ਵੀ ਤੂੰ ਫਿਕਰ ਕਰਕੇ ਜਾ ਕੇ ਡਿਪਰੈਸ਼ਨ 'ਚ ਨਾ ਜਾ, ਤੂੰ ਫਿਕਰ ਕਰਕੇ ਜਾ ਕੇ ਸੁਈਸਾਈਡ ਨਾ ਕਰ, ਜਾ ਕੇ ਇੰਨਾ ਫਿਕਰ ਨਾ ਕਰ ਪਏ ਤੁਸੀਂ ਸੁਈਸਾਈਡ ਹੀ ਕਰ ਲਵੇਂ ਤੂੰ ਜਾ ਕੇ। ਸੋ ਫਿਕਰ ਨੂੰ ਕੰਟਰੋਲ ਕਰਨਾ ਹੈਗਾ ਤੁਹਾਡੀ ਅਕਲ ਨੇ, ਤੁਹਾਡੀ ਰੈਸ਼ਨੈਲਿਟੀ ਨੇ, ਤੁਹਾਡੀ ਸਮਝ ਨੇ ਕੰਟਰੋਲ ਕਰਨਾ ਵੀ ਇਹ ਫਿਕਰ ਨੇ, ਇਹਨੂੰ ਮੈਂ ਇੱਥੇ ਕਿ ਰੱਖਾਂ। ਤਾਂ ਇਹ ਜਿਹੜੀ ਗੱਲ ਹੈਗੀ ਹੈ, ਜਾ ਕੇ ਤੁਸੀਂ ਇੱਕ ਗੱਲ ਦੇਖੋ, ਦੁਨੀਆ ਦੀ ਸਾਰੀ ਤਰੱਕੀ ਫਿਕਰ ਨੇ ਕਰਵਾਈ ਹੈ। ਸਾਰੀ ਮਨੁੱਖਤਾ ਦੀ ਤਰੱਕੀ ਫਿਕਰ ਦੇ ਆਧਾਰ 'ਤੇ ਖੜੀ ਹੈ। ਇਹ ਜਿਹੜੇ ਫਿਕਰ ਬਾਹਰ ਸਮਾਜ ਵਿੱਚ ਵੀ ਅਤੇ ਪਰਿਵਾਰ ਵਿੱਚ ਵੀ, ਜੇ ਪਰਿਵਾਰ ਦਾ ਫਿਕਰ ਨਹੀਂ ਹੈ ਤਾਂ ਪਰਿਵਾਰ ਦਾ ਬੇੜਾ ਬਹਿ ਜਾਣਾ ਜੀ। ਪਰਿਵਾਰ ਦੇ ਵਿੱਚ ਤੁਹਾਨੂੰ ਫਿਕਰ ਰੱਖਣਾ ਪੈਂਦਾ, ਤੁਹਾਨੂੰ ਨਿਆਣਿਆਂ ਦਾ ਵੀ ਫਿਕਰ ਰੱਖਣਾ, ਤੁਹਾਨੂੰ ਰੋਟੀ ਪਾਣੀ ਦਾ ਵੀ ਫਿਕਰ ਰੱਖਣਾ, ਤੁਸੀਂ ਹਰ ਚੀਜ਼ ਦਾ ਫਿਕਰ ਰੱਖਦੇ ਜਾ ਕੇ। ਸੋ ਫਿਕਰ ਜਿਹੜੀ ਹੈਗੀ ਆ, ਫਿਕਰ ਨੂੰ ਕੰਟਰੋਲ ਕਰਨ ਦੀ ਗੱਲ ਹੈਗੀ ਆ, ਔਰ ਪਰ ਫਿਕਰ ਨੂੰ ਐਪਰੀਸ਼ੀਏਟ ਵੀ ਕਰਨ ਦੀ ਗੱਲ ਆ। ਮੈਂ ਤਾਂ ਕਹਿੰਦਾ ਵੀ ਜਿਹੜੀ ਸਹੀ ਚੀਜ਼ ਆ ਉਹਦਾ ਫਿਕਰ ਕਰੋ। ਜੇ ਤੁਸੀਂ ਫਿਕਰ ਨਾ ਕਰੋਗੇ ਤਾਂ ਤੁਹਾਡਾ ਸਭ ਕੁਝ ਜਾਂਦਾ ਲੱਗੂਗਾ ਜਾ ਕੇ। ਪਰ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਸੇਵਾ ਅਤੇ ਸਵਾਰਥ ਦਾ। ਹਾਂਜੀ, ਇਸ ਦੇ ਵਿੱਚ ਆਪਾਂ ਪਹਿਲਾਂ ਸੇਵਾ ਦੀ ਗੱਲ ਕਰਦੇ ਹਾਂ, ਜਿਹੜੀ ਸੇਵਾ ਦੀ ਭਾਵਨਾ ਹੈ ਉਸ ਦੇ ਬਾਰੇ ਸਾਨੂੰ ਦੱਸੋ। ਮੇਰੇ ਬਹੁਤ ਸਾਰੇ ਲੋਕਾਂ 'ਚ ਸੇਵਾ ਦੀ ਭਾਵਨਾ, ਕਹਿੰਦੇ ਸੇਵਾ ਦਾ ਫਲ ਮਿੱਠਾ, ਬਜ਼ੁਰਗਾਂ ਦੀ ਸੇਵਾ ਕਰੋ, ਸੇਵਾ ਬਾਰੇ ਬਹੁਤ ਸਾਰੀਆਂ ਗੱਲਾਂ ਨੇ। ਇੱਥੇ ਸਭ ਪਹਿਲਾਂ ਤਾਂ ਜਾਣੀ ਤੁਸੀਂ ਵੀ ਮੈਨੂੰ ਦੱਸਿਓ ਜਾ ਕੇ, ਸੇਵਾ ਹੈ ਕੀ? ਸੇਵਾ ਕਿਹਨੂੰ ਕਹਿੰਦੇ ਹਾਂ ਅਸੀਂ? ਦੂਜਿਆਂ ਦਾ ਖਿਆਲ ਕਰਨਾ, ਕੇਅਰ ਕਰਨੀ, ਉਹਨਾਂ ਦੇ ਕੰਮ ਆਉਣਾ। ਸੇਵਾ ਮੇਰਾ ਖਿਆਲ ਆ ਆਮ ਇਹ ਕਿਹਾ ਜਾਂਦਾ ਵੀ ਕਿਸੇ ਸਵਾਰਥ ਤੋਂ ਬਿਨਾਂ, ਕਿਸੇ ਕੁਛ ਲੈ ਦੇ ਤੋਂ ਬਿਨਾਂ ਦੂਜੇ ਦੇ ਕੰਮ ਆਉਣਾ। ਜੋ ਤੁਸੀਂ ਕਿਹਾ, ਦੂਜੇ ਦੇ ਕੰਮ ਆਉਣਾ ਔਰ ਉਹਦੇ ਪਿੱਛੇ ਕੋਈ ਸਵਾਰਥ ਨਾ ਹੋਵੇ। ਵੋਲੰਟਰੀ ਆਪਣੇ ਆਪ ਕੰਮ ਕਰਨਾ, ਉਹਨੂੰ ਆਪਾਂ ਸੇਵਾ ਕਹਿੰਦੇ ਹਾਂ ਜਾ ਕੇ। ਔਰ ਸੇਵਾ ਦੇ ਬਹੁਤ ਅਦਾਰੇ ਆ ਜੀ, ਬਹੁਤ ਹੋ ਰਹੇ, ਥੈਂ ਸੇਵਾ ਹੋ ਰਹੀ, ਸੇਵਾ ਕਰੋ। ਔਰ ਇਹ ਥਿੰਦ ਸਾਹਿਬ, ਸੇਵਾ ਦਾ ਲਫ਼ਜ਼ ਤਾਂ ਮੈਨੂੰ ਲੱਗਦਾ ਇੰਨਾ, ਕਈ ਵਾਰ ਮੈਨੂੰ ਲੱਗਦਾ, ਮੈਂ ਹੁਣ ਜੇ ਸ਼ਬਦ ਥੋੜ੍ਹਾ ਜਿਹਾ ਔਖਾ ਵਰਤਦਾ ਵਾਂ, ਇੰਨਾ ਚੀਪ ਹੋ ਗਿਆ ਨਾ ਜੀ ਸੇਵਾ ਦਾ ਕੰਮ। ਹਰੇਕ ਹੀ ਕਹੀ ਜਾਂਦਾ ਜੀ ਮੈਂ ਸੇਵਾ ਕਰਦਾ। ਕੱਪੜੇ ਦੀ ਦੁਕਾਨ ਵਾਲਾ ਕਹੀ ਜਾਂਦਾ ਜੀ ਮੈਂ 20 ਸਾਲ ਤੋਂ ਤੁਹਾਡੀ ਸੇਵਾ ਕਰ ਰਿਹਾ। ਮਠਿਆਈ ਦੀ ਦੁਕਾਨ ਵਾਲਾ ਕਹਿੰਦਾ ਜੀ ਮੈਂ ਤੁਹਾਡੇ ਇੰਨੇ ਸਾਲ ਤੋਂ ਸੇਵਾ ਕਰ ਰਿਹਾ ਜਾ ਕੇ। ਪ੍ਰੋਫੈਸਰ ਕਸ਼ਮੀਰਾ ਸੋ ਕਹਿੰਦਾ ਜਾ ਕੇ ਜੀ ਵੀ ਮੈਂ ਬਿਨਾਂ ਪੈਸਿਆਂ ਤੋਂ ਜਾ ਕੇ ਉੱਥੇ ਸੇਵਾ ਕਰ ਰਿਹਾ ਜਾ ਕੇ। ਇਹ ਸਾਰੇ ਇੰਨਾ ਲਫ਼ਜ਼ ਕਾਮਨ ਹੋ ਗਿਆ ਨਾ ਜਾ ਕੇ ਜੀ ਵੀ ਇਹ ਤਾਂ ਸੇਵਾ ਹੀ ਕਰ, ਜਿੱਦਾਂ ਸਾਰਾ ਮੁਲਕ ਸੇਵਾ ਹੀ ਕਰਦਾ, ਕੰਮ ਨਹੀਂ ਕਰ ਰਿਹਾ ਜਾ ਕੇ। ਉਹ ਕਹਿੰਦਾ ਜੀ ਮੈਂ ਟਰੱਕ ਡਰਾਈਵਰ ਵਜੋਂ ਸੇਵਾ ਕਰ ਰਿਹਾ, ਮੈਂ ਉਹਦੇ ਵਜੋਂ ਸੇਵਾ ਕਰ ਰਿਹਾ ਜਾ ਕੇ। ਅਤੇ ਇੱਦਾਂ ਸੇਵਾ ਨੂੰ ਸਮਝਿਆ ਜਾਂਦਾ। ਮੈਨੂੰ ਕਾਲਰ ਇੱਕ ਵਾਰੀ ਕਹਿੰਦਾ ਜੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ। ਮੈਂ ਕਿਹਾ ਮੈਂ ਤਾਂ ਤਨਖਾਹ ਲੈਂਦਾ, ਮੈਂ ਸੇਵਾ ਨਹੀਂ ਕਰਦਾ। ਇੱਦਾਂ ਇਹ ਉਹ ਸਮਝਿਆ ਇੱਦਾਂ ਜਾਂਦਾ ਨਾ ਜੀ। ਟੀਚਰ ਇੱਦਾਂ ਸਮਝਦੇ ਆ ਜਾ ਕੇ ਵੀ ਜਿਹੜੇ ਅਸੀਂ ਸੇਵਾ ਕਰਦੇ ਹਾਂ, ਕੌਮ ਦੀ ਸੇਵਾ ਕਰਦੇ ਹਾਂ। ਧਾਰਮਿਕ ਬੰਦੇ ਤਾਂ ਸਮਝਦੇ ਹੀ ਆ ਵੀ ਉਹ ਤਾਂ ਕਹਿੰਦੇ ਅਸੀਂ ਕਰਦੇ ਹਾਂ। ਪਰ ਹੁਣ ਸਵਾਲ ਇਹ ਹੁੰਦਾ ਜਾ ਕੇ ਵੀ ਕੀ ਜਿਹੜੀ ਸੇਵਾ ਨੂੰ ਅਸੀਂ ਡੈਫੀਨੇਸ਼ਨ ਦਿੱਤੀ ਆ ਵੀ ਨਿਰਸਵਾਰਥ ਕੋਈ ਅਸੀਂ ਕੰਮ ਕਰਦੇ ਹਾਂ, ਬਿਨਾਂ ਸਵਾਰਥ ਤੋਂ ਬਿਨਾਂ ਇਨਸਾਨ ਕੋਈ ਕੰਮ ਕਰਦਾ? ਇਨਸਾਨ ਦੀ ਪਰਿਭਾਸ਼ਾ ਕੀ ਆ? ਉਹ ਚੀਜ਼ ਤੁਸੀਂ ਦੱਸੋ ਜਿਹੜੀ ਹਰ ਇਨਸਾਨ ਦੇ ਵਿੱਚ ਕਾਮਨ ਹੋਵੇ। ਇਨਸਾਨ ਕੀ ਹੈ? ਜੇ ਮੈਨੂੰ ਕੋਈ ਕਹੇ ਵੀ ਤੂੰ ਵੀ ਹਾਊ ਵੁੱਡ ਯੂ ਡਿਫਾਈਨ ਇਨਸਾਨ? ਇਨਸਾਨ ਉਹ ਆ ਜਿਹੜਾ ਸੁੱਖ ਨੂੰ ਪਿਆਰ ਕਰਦਾ, ਦੁੱਖ ਨੂੰ ਨਫ਼ਰਤ ਕਰਦਾ। ਬਿਲਕੁਲ। ਇਨਸਾਨ ਉਹ ਆ ਜਿਹੜਾ ਸਾਰੀ ਜ਼ਿੰਦਗੀ ਹੈਪੀਨੈਸ ਦੇ ਪਿੱਛੇ ਆ, ਖੁਸ਼ੀ ਦੀ ਭਾਲ ਦੇ ਵਿੱਚ ਆ, ਦੁੱਖ ਤੋਂ ਬਚਣ ਦੇ ਵਿੱਚ ਆ। ਹਰ ਇਨਸਾਨ 'ਤੇ ਗੱਲ ਲਾਗੂ ਹੁੰਦੀ ਹੈ, ਇੱਕ 'ਤੇ ਨਹੀਂ ਲਾਗੂ ਹੁੰਦੀ। ਹਰ ਇਨਸਾਨ ਜਿਹੜਾ ਹੈਗਾ ਸੁੱਖ ਨੂੰ ਪਿਆਰ ਕਰਦਾ, ਦੁੱਖ ਨੂੰ ਨਫ਼ਰਤ ਕਰਦਾ। ਇਹ ਉਹਦੀ ਪਰਿਭਾਸ਼ਾ ਹੈ। ਹਾਂ ਪਰ ਸਰ ਤੁਸੀਂ ਦੱਸ ਰਹੇ ਸੀ ਵੀ ਬਿਨਾਂ ਕਿਸੇ ਮਕਸਦ ਤੋਂ ਬੰਦਾ ਕੰਮ ਨਹੀਂ ਕਰਦਾ, ਕੋਈ ਨਾ ਕੋਈ ਉਸ ਦੇ ਮਨ ਦੇ ਵਿੱਚ ਸਵਾਰਥ ਬਣਿਆ ਰਹਿੰਦਾ। ਜੇ ਪੈਸੇ ਨਹੀਂ ਲੈਂਦਾ ਜਾਂ ਕੋਈ ਨਹੀਂ ਸ਼ੋਹਰਤ ਵੀ ਨਹੀਂ ਮਿਲਦੀ ਤਾਂ ਉਹ ਆਪਣੀ ਤਸੱਲੀ ਹੋਈ ਇਸ ਕਰਕੇ ਹੁੰਦੀ ਰਹਿੰਦੀ, ਆਪਣੀ ਖੁਸ਼ੀ ਲਈ ਉਹ ਕਰਦਾ। ਸਭ ਜਿਹੜੀ ਵੀ ਜਿਹਨੂੰ ਆਪਾਂ ਸੇਵਾ ਕਹਿੰਦੇ ਹਾਂ, ਜਾਂ ਮੈਂ ਕਹਿੰਦਾ ਸੇਵਾ ਵੀ ਜਿਹੜਾ ਵੀ ਕੰਮ ਅਸੀਂ ਕਰਦੇ ਹਾਂ ਉਹਦੇ ਪਿੱਛੇ ਕੋਈ ਕਾਜ਼ ਆ, ਮਕਸਦ ਆ ਕੋਈ। ਦੇਖੋ ਬਿਨਾਂ ਕਾਜ਼ ਤੋਂ ਕੋਈ ਗੱਲ ਨਹੀਂ ਹੁੰਦੀ। ਹਰ ਚੀਜ਼ ਦਾ ਰੀਜ਼ਨ ਹੈ, ਕਿਉਂ ਹੁੰਦੀ ਹੈ। ਹੁਣ ਜਦ ਬੰਦਾ ਸੇਵਾ ਕਰਦਾ, ਜਿਹਨੂੰ ਆਪਾਂ ਸੇਵਾ ਕਹਿੰਦੇ ਹਾਂ, ਉਹ ਕਹਿੰਦਾ ਜੀ ਮੈਂ ਤਾਂ ਸਵਾਰਥ ਨਹੀਂ ਹੈ ਮੇਰਾ, ਨਿਰਸਵਾਰਥ ਸੇਵਾ ਕਰਦਾ, ਮੈਂ ਤਾਂ ਇਹਦੇ ਬਦਲੇ 'ਚ ਕੁਛ ਨਹੀਂ ਲੈਂਦਾ ਹੈ ਜਾ ਕੇ। ਠੀਕ ਹੈ ਨਾ? ਅੱਛਾ ਹੁਣ ਤੁਸੀਂ ਦੇਖੋ ਉਹਦੇ ਵਿੱਚ ਹੁੰਦਾ ਕੀ ਹੈ ਜਾ ਕੇ। ਕਈ ਵਾਰ ਤਾਂ ਤੁਸੀਂ ਸੇਵਾ ਇੱਦਾਂ ਵੀ ਹੁੰਦੀ ਆ ਵੀ ਤੁਹਾਡੇ ਜਾਂ ਕਿ ਉਹ ਸੇਵਾ ਕਰਨਾ ਤੁਹਾਨੂੰ ਪੈਸੇ ਮਿਲਦੇ ਆ। ਕਈ ਵਾਰ ਤੁਹਾਨੂੰ ਇੱਦਾਂ ਆ, ਤੁਸੀਂ ਇੱਥੇ ਵੀ ਦੇਖ ਲਓ ਕਿ ਕਈ ਵਾਰ ਹੁੰਦੇ ਵੀ ਥੋੜ੍ਹਾ ਚਿਰ ਵੋਲੰਟਰੀ ਕੰਮ ਕਰ ਲਓ, ਬਾਅਦ ਦੇ ਵਿੱਚ ਤੁਹਾਨੂੰ ਇਹ ਜੋਬ ਮਿਲ ਜਾਣੀ ਹੈ, ਉਹੀ ਨੌਕਰੀ ਮਿਲ ਜਾਂਦੀ, ਉਹੀ ਨੌਕਰੀ ਮਿਲ ਜਾਣੀ ਹੈ, ਤੁਸੀਂ ਜੋਬ ਕਰ ਲਓ ਇਹਦੇ ਵਿੱਚ ਹੈਗੀ ਜਾ ਕੇ। ਅੱਛਾ
ਹੁਣ ਇਹਦੇ ਵਿੱਚ ਜੇ ਤੁਹਾਨੂੰ ਕਈ ਵਾਰ ਹੁੰਦਾ ਵੀ ਤੁਹਾਨੂੰ ਇੱਦਾਂ ਮਟੀਰੀਅਲ ਗੇਨ ਨਹੀਂ ਹੋਇਆ, ਤੁਸੀਂ ਤਾਂ ਵੀ ਸੇਵਾ ਕਰ ਦਿੱਤੀ ਆ, ਤੁਸੀਂ ਤਾਂ ਕਿਹਾ ਨਹੀਂ ਮੈਨੂੰ ਇਹਦੇ ਬਦਲੇ 'ਚ ਕੁਛ ਦਿਓ, ਉਹਦੇ ਵਿੱਚ ਤੁਸੀਂ ਰੈਪੂਟੇਸ਼ਨ ਲਈ ਵੀ ਸੇਵਾ ਕਰਦੇ ਆ ਵੀ ਮੇਰਾ ਨਾਂ ਹੋਵੇ ਇਹਦੇ ਵਿੱਚ ਜਾ ਕੇ ਵੀ ਜੇ ਹੈਗਾ ਲੋਕ ਕਹਿੰਦੇ ਆ ਵੀ ਇਹਨੇ ਇੰਨੇ ਦੀ ਸੇਵਾ ਕਰੇ। ਮੈਂ ਤੁਹਾਨੂੰ ਇੱਕ ਦੱਸ ਵੋਲੰਟੀਅਰ ਆਫ ਦਾ ਈਅਰ, ਮੈਂ ਤੁਹਾਨੂੰ ਗੱਲ ਦੱਸਦਾ ਜੀ, ਉਹਦੇ ਵਿੱਚ ਕੀ ਆ, ਉਹ ਬੰਦੇ ਨੇ ਇੱਕ ਨੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਪੱਖਾ ਲਵਾਤਾ, ਪੱਖਾ ਲਵਾਤਾ ਤਾਂ ਪੱਖੇ ਦੇ ਉੱਤੇ ਹੇਠਾਂ ਲਿਖਾ ਦਿੱਤਾ ਵੀ ਸੇਵਾ ਕਰਾਈ ਫਲਾਣੇ ਬੰਦੇ ਨੇ ਜਾ ਕੇ। ਤਾਂ ਉਹ ਫਿਰ ਗੁਰਦੁਆਰੇ ਵਿੱਚ ਜਾਂ ਕਿਸੇ ਧਾਰਮਿਕ ਸਥਾਨ 'ਚ ਮੰਦਰ ਗੁਰਦੁਆਰਾ ਮਸੀਤ ਜੋ ਵੀ ਹੋਊ ਜਿੱਥੇ ਉਹ ਉੱਥੇ ਚਲੇ ਗਿਆ ਵੀ ਦੇਖਣ ਲਈ, ਅਤੇ ਉਹ ਜਿਸ ਵੇਲੇ ਦੇਖੇ ਤਾਂ ਪੱਖਾ ਚੱਲੇ ਜੀ। ਉਹ ਜਾਂਦੇ ਉਹਨਾਂ ਨੂੰ ਧਾਰਮਿਕ ਸਥਾਨ ਵਾਲਿਆਂ ਨੂੰ ਪੈ ਗਿਆ, ਉਹ ਕਹਿੰਦਾ ਪੱਖਾ ਬੰਦ ਕਰੋ। ਉਹ ਕਹਿੰਦੇ ਪੱਖਾ ਬੰਦ ਕਿਉਂ ਕਰੀਏ, ਤਾਂ ਪੱਖੇ ਤਾਂ ਲੋੜ ਗਿਆ, ਗਰਮੀ ਹੈ ਬਹੁਤ। ਉਹ ਕਹਿੰਦਾ ਮੇਰਾ ਨਾਂ ਨਹੀਂ ਦੱਸਦਾ ਉੱਪਰ ਜਿਹੜਾ ਲਿਖਿਆ ਠੀਕ ਹੈ ਨਾ ਜੀ, ਮੇਰਾ ਨਾਂ ਨਹੀਂ ਦੱਸਦਾ ਹੈ ਜਾ ਕੇ ਜੇ ਪੱਖਾ ਚੱਲਦਾ ਤਾਂ। ਹੁਣ ਉਹ ਵੀ ਕਹਿੰਦਾ ਜੀ ਵੀ ਮੈਂ ਕੋਈ ਮੇਰਾ ਨਿਰਸਵਾਰਥ ਸੇਵਾ ਕੀਤੀ ਹੈ ਮੇਰਾ। ਹੁਣ ਉਹਦਾ ਸਵਾਰਥ ਕੀ ਸੀ? ਰੈਪੂਟੇਸ਼ਨ, ਨਾ ਬਣੇ ਮੇਰਾ। ਲੋਕ ਧਾਰਮਿਕ ਸਥਾਨਾਂ ਦੇ ਉੱਤੇ ਸੇਵਾ ਕਰਦੇ ਆ, ਨਾਲ ਪੱਥਰ ਲਵਾ ਦਿੰਦੇ ਆ ਜੀ ਵੀ ਆਹ ਇੰਨੇ ਦੀ ਸੇਵਾ ਕਰਵਾਈ ਜਾ ਕੇ। ਫਿਰ ਉਹ ਇਹ ਸਮਝਦੇ ਆ ਜਾ ਕੇ, ਕਈ ਬੰਦੇ ਇਹ ਸਮਝਦੇ ਆ ਉਹ ਇਸ ਕਰਕੇ ਸੇਵਾ ਕਰਦੇ ਆ ਵੀ ਇਹਦਾ ਫਲ ਸਾਨੂੰ ਅਗਲੇ ਜਨਮ 'ਚ ਮਿਲ ਜਾਣਾ। ਹੁਣ ਉਹ ਤਾਂ ਨਿਰਸਵਾਰਥ ਤਾਂ ਹੋਇਆ ਨਾ ਜੀ, ਉਹ ਵੀ ਕਿਸੇ ਨਾਲ ਡੀਲ ਹੋ ਗਈ। ਤੁਸੀਂ ਕਹਿੰਦੇ ਵੀ ਮੈਂ ਇੱਥੇ ਦੇ ਤੈਨੂੰ 70 ਗੁਣੇ ਮਿਲਣਾ ਜਾ ਕੇ, ਉਹ ਜਾ ਕੇ ਉਹ ਵੀ ਨਿਰਸਵਾਰਥਤਾ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਜਾ ਕੇ। ਜਿਹੜੇ ਸੇਵਾ ਦੀ ਪ੍ਰੇਰਨਾ ਦਿੰਦੇ ਆ ਉਹ ਵੀ ਕਹਿ ਦਿੰਦੇ ਆ ਕਿ ਕਰੀ ਚੱਲ, ਤੈਨੂੰ ਇਹਦਾ ਫਲ ਕਿਤੇ ਨਾ ਕਿਤੇ ਜ਼ਰੂਰ ਮਿਲੂ, ਕਿਤੇ ਨਾ ਕਿਤੇ ਜ਼ਰੂਰ ਮਿਲੂ ਜਾ ਕੇ। ਫਲ ਮਿਲਣ ਦੇ ਚੱਕਰ 'ਚ ਫਿਰ ਸੇਵਾ ਹੋ। ਹਾਂ, ਇਹ ਹੋ ਰਿਹਾ। ਤੇ ਸਭ ਦੇਖੋ, ਮੈਂ ਤੁਹਾਨੂੰ ਇਹ ਗੱਲ ਦੱਸਾਂ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਇਨਸਾਨ ਕੌਣ ਹੈ? ਜਿਹੜਾ ਸੁੱਖ ਨੂੰ ਪਸੰਦ ਕਰਦਾ। ਉਹ ਸੇਵਾ ਕਿਉਂ ਕਰਦੇ? ਸੁੱਖ ਮਿਲਦਾ ਉਹਦੇ 'ਚੋਂ, ਉਹ 'ਚੋਂ ਸੁੱਖ, ਚਾਹੇ ਕਿਸੇ ਕਿਸਮ ਦਾ ਸੁੱਖ ਮਿਲੇ, ਸੁੱਖ ਮਿਲਦਾ ਉਹਦੇ ਵਿੱਚੋਂ ਜਾ ਕੇ, ਉਹਦਾ ਮਨ ਖੁਸ਼ ਹੁੰਦਾ। ਜਾਂ ਉਹਨੂੰ ਪਤਾ ਲੱਗਦਾ ਵੀ ਮੈਨੂੰ ਇਹਦਾ ਆਹ ਫਾਇਦਾ ਹੋਣਾ। ਕਿਉਂਕਿ ਜਿਹੜਾ ਦੇਖੋ ਜਿਹਨੂੰ ਕਹਿੰਦੇ ਆ ਨਿਰਸਵਾਰਥ, ਜਿਹੜੀ ਮਨ ਦੀ ਖੁਸ਼ੀ, ਦੇਖੋ ਆਈ ਐਪਰੀਸ਼ੀਏਟ, ਮੈਂ ਉਹਨਾਂ ਬੰਦਿਆਂ ਨੂੰ ਐਪਰੀਸ਼ੀਏਟ ਕਰਦਾ ਜਿਹੜੇ ਆਪਣੇ ਮਨ ਦੀ ਖੁਸ਼ੀ ਦੇ ਲਈ ਸੇਵਾ ਦਾ ਕੰਮ ਕਰਦੇ ਆ, ਚੰਗੀ ਗੱਲ ਕਰਦੇ ਆ, ਬਹੁਤ ਚੰਗੀ ਗੱਲ ਕਰਦੇ ਆ, ਪਰ ਉਹਦਾ ਸਵਾਰਥ ਤਾਂ ਹੈਗਾ ਨਾ ਉਹਦੇ ਵਿੱਚ। ਗਰਜ਼ੀ ਤਾਂ ਖੁਸ਼ੀ ਦੀ ਵੀ ਆ, ਗੱਲ ਦੀ ਤਾਂ ਖੁਸ਼ੀ ਦੀ ਵੀ ਆ, ਆਪਣੀ ਖੁਸ਼ੀ ਤਾਂ ਉਹ ਲੈਂਦਾ ਨਾ ਬੰਦਾ, ਆਪਣੀ ਖੁਸ਼ੀ ਦੇ ਲਈ ਉਹ ਕੰਮ ਕਰਦਾ, ਆਪਣੀ ਖੁਸ਼ੀ ਲਈ ਉਹ ਕੰਮ ਜਿਹੜਾ ਹੈਗਾ ਨਹੀਂ ਕਰਦਾ ਹੈ ਜਾ ਕੇ। ਸੋ ਜਿਸ ਵੇਲੇ ਇਨਸਾਨ ਦੇ ਪਿੱਛੇ ਕੋਈ ਨਿਰਸਵਾਰਥ ਜਿਹਨੂੰ ਆਪਾਂ ਕਹਿ ਦਿੰਦੇ ਨਾ, ਨਿਸ਼ਕਾਮ ਸੇਵਾ ਇੱਦਾਂ ਨਹੀਂ ਹੁੰਦੀ। ਜਿਹੜੀ ਦੇਖੋ ਸਰੀਰਕ ਸੁੱਖ ਨਾਲੋਂ ਜਿਹੜਾ ਮਾਨਸਿਕ ਸੁੱਖ ਆ ਉਹ ਆਦਮੀ ਜ਼ਿਆਦਾ ਚਾਹੁੰਦਾ। ਮਾਨਸਿਕ, ਮੇਰੇ ਮਨ ਨੂੰ ਖੁਸ਼ੀ ਮਿਲੇ, ਮੇਰੇ ਸਰੀਰ ਨੂੰ ਤਾਂ ਚਲੋ ਠੰਡ ਤੋਂ ਖੁਸ਼ੀ ਮਿਲੇ, ਮੈਂ ਪ੍ਰੋਟੈਕਟ ਕਰ ਲੈਣਾ ਇਹਨੂੰ, ਜਾਂ ਬਿਮਾਰੀ ਤੋਂ ਪ੍ਰੋਟੈਕਟ ਕਰ ਲੈਣਾ, ਇਹ ਕਰਦਾ। ਇੱਕ ਉਹਨੂੰ ਮਾਨਸਿਕ ਖੁਸ਼ੀ ਆ। ਇਹ ਜਿਹੜੀ ਮਾਨਸਿਕ ਖੁਸ਼ੀ ਆ ਤਿੰਨ ਸਾਹਿਬ, ਇਹਦੇ ਲਈ ਬੰਦਾ ਇੰਨੀਆਂ ਵੱਡੀਆਂ ਕੁਰਬਾਨੀਆਂ ਕਰ ਜਾਂਦਾ ਜਾ ਕੇ ਵੀ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦਾ। ਬੰਦ ਕਟਾ ਲੈਂਦਾ ਇਹਦੇ ਲਈ, ਪੁੱਠੀਆਂ ਖੱਲਾਂ ਲਾ ਲੈਂਦਾ, ਫਾਂਸੀ 'ਤੇ ਚੜ੍ਹ ਜਾਂਦਾ ਜਾ ਕੇ। ਮਾਨਸਿਕ ਖੁਸ਼ੀ, ਉਹਨੂੰ ਮਾਨਸਿਕ ਤਸੱਲੀ ਹੁੰਦੀ ਉਹਦੇ ਜਾ ਕੇ ਵੀ ਮੈਂ ਡੂਇੰਗ ਸਮਥਿੰਗ ਗੁੱਡ ਜਾ ਕੇ, ਠੀਕ ਹੈ ਨਾ, ਮੈਂ ਤਸੱਲੀ ਕਰ। ਉਹ ਜਿਹੜੇ ਫਾਂਸੀ 'ਤੇ ਚੜ੍ਹਦੇ ਆ ਭਗਤ, ਉਹਨਾਂ ਨੂੰ ਦੁੱਖ ਤਾਂ ਨਹੀਂ ਹੋਇਆ ਜਾ ਕੇ, ਉਹਨਾਂ ਨੂੰ ਮਾਨਸਿਕ ਤਸੱਲੀ ਸੀ ਜਾ ਕੇ। ਜਿਹੜੇ ਹੁਣ ਸਿੱਖ ਇਤਿਹਾਸ ਨੂੰ ਨਿਗਾਹ ਮਾਰ ਕੇ ਦੇਖ ਲਓ, ਕਿੰਨਿਆਂ ਬੰਦਿਆਂ ਨੇ ਜਾ ਕੇ ਕੁਰਬਾਨੀਆਂ ਦਿੱਤੀਆਂ, ਹੱਸ ਕੇ ਕੁਰਬਾਨੀਆਂ ਦਿੱਤੀਆਂ, ਕਿਉਂਕਿ ਉਹਨਾਂ ਨੂੰ ਮੈਂਟਲੀ ਇਸ ਗੱਲ ਬਾਰੇ ਕਨਵਿੰਸ ਸੀ ਵੀ ਸਾਨੂੰ ਇਹ ਜਿਹੜਾ ਹੈਗਾ, ਅਸੀਂ ਇੱਕ ਕਾਜ਼ ਲਈ ਕੁਛ ਕਰ ਰਹੇ ਹਾਂ, ਅਸੀਂ ਇੱਕ ਕਾਜ਼ ਲਈ ਲੜ ਰਹੇ ਹਾਂ। ਜਿਸ ਕਾਜ਼ ਨੂੰ ਬੰਦਾ ਠੀਕ ਸਮਝਦਾ, ਉਹਦੇ ਲਈ ਉਹ ਬਹੁਤ ਕੁਛ ਕਰ ਜਾਂਦਾ। ਬਹੁਤ ਬੰਦੇ ਤੁਸੀਂ ਦੇਖੋਗੇ ਜਿਹੜੇ ਆਪਣੇ ਧਰਮ ਦੇ ਲਈ ਕਿੰਨੀ ਕੁਰਬਾਨੀ ਕਰ ਜਾਂਦੇ ਆ, ਠੀਕ ਹੈ, ਉਹਨੂੰ ਸੇਵਾ ਸਮਝਦੇ ਆ। ਦੂਜੇ ਧਰਮ ਵਾਲੇ ਉਹਨੂੰ ਸੇਵਾ ਨਹੀਂ ਸਮਝਦੇ ਆ, ਦੂਜੇ ਧਰਮ ਵਾਲੇ ਨਹੀਂ ਸਮਝਦੇ। ਅੱਛਾ, ਉਹ ਬਹੁਤੇ ਕੀ ਆ, ਬਹੁਤੇ ਕਹਿੰਦੇ ਜੀ ਆਪਣੇ ਦੇਸ਼ ਭਗਤੀ ਦੇ ਲਈ। ਇੱਥੇ ਸਾਰੇ ਕਹਿੰਦੇ ਕਿੰਨੇ ਬੰਦੇ ਦੇਖੋ ਜੀ, ਸਾਡੇ ਇੰਨੇ ਬੰਦੇ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਜਿਹੜੇ ਹੈਗੇ ਆ ਮਾਰੇ ਗਏ, ਕੁਰਬਾਨ ਕੀਤੀ, ਅਸੀਂ ਸੇਵਾ ਕੀਤੀ ਜਾ ਕੇ ਉਹ। ਪਰ ਉਹ ਦੂਜੇ ਨਹੀਂ ਇੱਦਾਂ ਸਮਝਦੇ। ਹੁਣ ਜਿੱਦਾਂ ਆਪਾਂ ਕਈ ਵਾਰ ਗੱਲ ਕੀਤੀ ਸੀ, ਅੱਗੇ ਵੀ ਕੀਤੀ ਸੀ, ਵੀ ਸਾਂਡਰਸ ਦੀ ਮਾਂ ਨਹੀਂ ਸਮਝਦੀ ਆ ਜਾ ਕੇ ਵੀ ਭਗਤ ਸਿੰਘ ਸ਼ਹੀਦ ਹੈ, ਠੀਕ ਹੈ ਨਾ, ਉਹਦਾ ਜਵਾਨ ਪੁੱਤ 21 ਸਾਲਾਂ ਦਾ ਮਾਰਦਾ, ਉਹ ਨਹੀਂ ਸਮਝਦੇ। ਪਰ ਉਹ ਹਿੰਦੁਸਤਾਨੀ ਸਮਝਦੇ ਆ, ਹਿੰਦੁਸਤਾਨ ਦਾ ਮੋਸਟ ਰਿਸਪੈਕਟਡ ਸ਼ਹੀਦ ਆ ਉਹ, ਕਿਉਂਕਿ ਉਹ ਦੇਸ਼ ਲਈ ਸ਼ਹੀਦ, ਔਰ ਉਹਨੂੰ ਖੁਸ਼ੀ ਕੀਤੀ, ਠੀਕ ਹੈ ਨਾ ਜੀ। ਪਰ ਉਹਦੇ ਪਿੱਛੇ ਮਕਸਦ ਕੀ ਸੀ? ਉਹਦੀ ਆਪਣੀ ਖੁਸ਼ੀ, ਠੀਕ ਹੈ। ਜੇ ਹੁਣ ਤੁਸੀਂ ਕਹੋ ਵੀ ਉਹ ਜੀ ਕੁਰਬਾਨੀ ਨਿਰਸਵਾਰਥ ਨਾ ਸੀ, ਉਹ ਵੀ ਕੁਰਬਾਨੀ, ਕਿਉਂਕਿ ਉਹਦੇ ਵਿੱਚ ਆਪਣੀ ਮੈਂਟਲ ਖੁਸ਼ੀ ਜਿਹੜੀ ਇਨਵੋਲਵ ਸੀਗੀ ਉਹਦੇ ਵਿੱਚ। ਮੈਂਟਲ ਖੁਸ਼ੀ ਜਿਹੜੇ ਚੰਗੇ ਬੰਦੇ ਕੰਮ ਕਰਦੇ, ਜਿਹੜੇ ਹਿੰਦੁਸਤਾਨੀਆਂ ਦੇ ਲਈ ਉਹ ਚੰਗਾ ਕੰਮ ਸੀਗਾ, ਠੀਕ ਹੈ। ਹੁਣ ਤੁਸੀਂ ਦੂਏ ਪਾਸੇ ਦੇਖ ਲਓ ਜਾ ਕੇ, ਕਾਜ਼ ਨਾਲ ਕਮਿਟਡ ਸੀ, ਖੁਸ਼ੀ ਦਾ ਨਹੀਂ ਸੀ। ਨਹੀਂ, ਉਹ ਕਾਜ਼ ਦੇ ਵਿੱਚੋਂ ਖੁਸ਼ੀ ਮਿਲਦੀ ਉਹਨੂੰ, ਕਾਜ਼ ਦੇ ਨਾਲ ਜਿਹੜਾ ਹੈ ਉਹ 'ਚੋਂ ਖੁਸ਼ੀ ਮਿਲਦੀ ਆ।
ਦੇਸ਼ ਭਗਤੀ ਕਰਕੇ ਖੁਸ਼ੀ ਮਿਲਦੀ ਆ, ਆਪਣੇ ਧਰਮ ਲਈ ਸ਼ਹੀਦ ਹੋ ਕੇ ਖੁਸ਼ੀ ਮਿਲਦੀ ਹੈ ਜਾ ਕੇ। ਉਹ ਜਿਹੜਾ ਉਹ ਖੁਸ਼ੀ ਹੈ ਉਹਦੀ ਮਿਲਦੀ ਜਾ ਕੇ, ਕਿਉਂਕਿ ਉਹ ਕਾਜ਼ ਆ, ਮੈਂਟਲ ਖੁਸ਼ੀ ਹੈ ਉਹਨੂੰ। ਹੱਸ ਕੇ ਫਾਂਸੀ ਚੜ੍ਹ ਜਾਣਾ। ਹਾਂ, ਹੱਸ ਕੇ ਬਣ ਸਿਆ, ਕਿਉਂਕਿ ਉਹ ਕਾਜ਼ ਨਾਲ ਕਮਿਟਡ ਆ, ਪਰ ਉਹਦਾ ਆਪਣਾ ਕਾਜ਼ ਆ। ਹੁਣ ਕਈ ਪੋਲੀਟੀਕਲ ਪਾਰਟੀ ਲਈ ਬੰਦੇ ਕੁਰਬਾਨੀਆਂ ਦੇ ਜਾਂਦੇ ਜਾ ਕੇ, ਕਾਸਟ ਲਈ ਆਪਣੀ ਜ਼ਾਤ ਲਈ ਕੁਰਬਾਨੀਆਂ ਦੇ ਜਾਂਦੇ, ਆਪਣੀ ਫੈਮਿਲੀ ਲਈ ਕੁਰਬਾਨੀਆਂ ਦਿੰਦੇ ਆ। ਮੈਂ ਤੁਹਾਨੂੰ ਮਿਸਾਲ ਦਿੱਤੀ ਸੀ, ਜਾਣੀ ਮੇਰੇ ਉਹ ਬਾਬੇ ਹੋਣੀ ਦੱਸਿਆ ਵੀ ਉਹ ਬਾਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਸੀਗਾ, ਉਹ ਉੱਥੇ ਮੁੰਡੇ ਨੇ ਕਤਲ ਕਰ ਦਿੱਤਾ, ਤਾਂ ਉਹਨੀ ਅੰਗਰੇਜ਼ਾਂ ਦਾ ਟਾਈਮ ਸੀ ਜੀ, ਅਤੇ ਉਹਦੇ ਬਾਪ ਨੇ ਉਹਨੂੰ ਭਜਾਤਾ ਵੀ ਜਾ ਤੂੰ ਉੱਥੇ ਦੁਆਬੇ ਚੱਲ ਜਾ, ਉੱਥੇ ਕਿਸੇ ਨੂੰ ਕੀ ਪਤਾ ਲੱਗਣਾ, ਇੱਥੇ ਅਸੀਂ ਸਾਂਭ ਲਾਂਗੇ ਕੇਸ ਨੂੰ। ਉਹ ਮਗਰੋਂ ਜਦ ਇਨਕੁਆਇਰੀ ਹੋਈ ਤਾਂ ਬਾਪ ਨੇ ਕਿਹਾ ਜਾ ਕੇ ਉਹਨੇ ਅਕਵਾਲੇ ਜੁਰਮ ਕਰ ਲਿਆ ਭਾਈ ਜੀ, ਕਤਲ ਤਾਂ ਮੈਂ ਕੀਤਾ, ਕੁਰਬਾਨੀ ਦੇਤੀ। ਉਹ ਬਾਪ ਜਿਹੜਾ ਫਾਂਸੀ ਹੋ ਗਏ, ਬਾਪ ਨੂੰ ਫਾਂਸੀ ਹੋ ਗਈ। ਹੁਣ ਉਹ ਬਾਪ ਨੇ ਜਿਹੜੀ ਉਹ ਫਾਂਸੀ ਕੀਤੀ, ਉਹਨੂੰ ਉਹ ਇਹ ਸਮਝਦਾ ਸੀ ਉਹਦੇ 'ਚ, ਤੇ ਉਹਦਾ ਸਵਾਰਥ ਸੀ ਆਪਣੇ ਪਿੱਛੇ, ਪੁੱਤਰ ਨੂੰ ਆਪਣੇ ਨੂੰ ਬਚਾਉਣਾ ਜਿਹੜਾ ਠੀਕ ਜਾ ਕੇ। ਸੋ ਇੱਥੇ ਤੱਕ ਬੰਦਾ ਕੁਰਬਾਨੀ ਕਰਦਾ ਆਪਣੇ ਕਾਜ਼ ਦੇ ਲਈ, ਆਪਣੇ ਮਨ ਦੀ ਖੁਸ਼ੀ ਦੇ ਲਈ। ਸੋ ਤੁਸੀਂ ਸਮਝਦੇ ਹੋ ਵੀ ਬਿਨਾਂ ਸਵਾਰਥ ਤੋਂ ਕੋਈ ਸੇਵਾ ਨਹੀਂ ਹੋ ਸਕਦੀ, ਬਿਨਾਂ ਕਾਜ਼ ਤੋਂ ਕੋਈ ਸੇਵਾ ਨਹੀਂ ਹੋ ਸਕਦੀ। ਜੇ ਸਭ ਤੋਂ ਜਿਹੜਾ ਆਲਾ ਕਿਸਮ ਦਾ ਸਵਾਰਥ ਕਹਿ ਸਕਦਾ, ਉਹ ਤੁਸੀਂ ਇਹ ਕਹਿ ਸਕਦੇ ਆ ਵੀ ਮੇਰੇ ਮਨ ਨੂੰ ਖੁਸ਼ੀ ਮਿਲਦੀ ਹੈ। ਬਾਕੀ ਸਵਾਰਥਾਂ ਪਿੱਛੇ ਤਾਂ ਪੈਸੇ ਵੀ ਹੁੰਦੇ ਆ, ਜਾ ਕੇ ਅਫਸਰ ਤੋਂ ਕੰਮ ਵੀ ਕਢਾਉਣਾ ਹੁੰਦਾ, ਜਾ ਕੇ ਉਹ ਵੀ ਕਰਨਾ ਹੁੰਦਾ, ਆਪਣਾ ਨਾਂ ਖੱਟਾ ਕਰਨਾ, ਆਪਣੀ ਪਲੇਟ ਲਵਾਉਣੀ ਹੁੰਦੀ ਆ, ਜਾ ਕੇ ਹੋਰ ਕਈ ਕੁਝ। ਬਾਕੀਆਂ ਤਾਂ ਸਿੱਧਾ ਦੀਦਾ ਹੀ ਆ, ਬਾਕੀਆਂ ਦਾ ਸਾਫ਼ ਦਿਸਦਾ ਵੀ ਤਾਂ ਪੈਸੇ ਆਪ ਦੇ ਕੰਮ, ਵੋਟਾਂ ਲੈਣੀਆਂ ਹੁੰਦੀਆਂ, ਵੋਟਾਂ। ਹਾਂ, ਹੁਣ ਤੁਸੀਂ ਵੋਟਾਂ ਦੀ ਗੱਲ ਛੇੜ ਲਈ, ਉਹ ਤੁਹਾਡੇ ਕੋਲ ਆਉਂਦਾ, ਉਹ ਕਹਿੰਦਾ ਜੀ ਮੈਨੂੰ ਤੁਸੀਂ ਵੋਟ ਪਾਓ, ਮੈਂ ਤੁਹਾਡੀ ਸੇਵਾ ਕਰੂੰਗਾ। ਉਹ ਇਹ ਨਹੀਂ ਕਹਿੰਦਾ ਵੀ ਮੈਨੂੰ ਵੋਟ ਪਾਓ, ਮੈਂ ਤੁਹਾਡੇ 'ਤੇ ਰਾਜ ਕਰੂੰਗਾ। ਇਹ ਨਹੀਂ ਕਹਿੰਦਾ, ਉਦੋਂ ਨਹੀਂ ਕਹਿੰਦਾ, ਕਰਦਾ ਰਾਜ ਆ ਉਹ, ਪਰ ਉਹ ਕਹਿੰਦਾ ਮੈਂ ਸੇਵਾ ਕਰਦਾ। ਬਾਅਦ ਤਾਂ ਠੁੱਡੇ ਮਾਰਦੇ ਉਹੀ। ਮੈਂ ਕਹਿੰਦਾ ਜੀ ਉੱਥੇ ਪੁਲਿਸ ਨੇ ਜਾ ਕੇ ਬੰਦਾ ਹੇਠਾਂ ਢਾਹ ਕੇ ਉਹਦੇ ਛਿੱਤਰ ਪ੍ਰਦਾਨ ਹੁੰਦਾ, ਕੰਧ 'ਤੇ ਲਿਖਿਆ ਹੁੰਦਾ ਪੁਲਿਸ ਤੁਹਾਡੀ ਸੇਵਾਦਾਰ ਆ। ਠੀਕ ਹੈ ਨਾ। ਉਹ ਜਿਹੜਾ ਹੈਗਾ ਉਹ ਅਸੀਂ ਐਵੇਂ ਫਰੋਡ ਜਿਹਾ ਕਰਦੇ ਹਾਂ ਮੈਜੋਰਿਟੀ ਆਫ ਪੀਪਲ। ਪਰ ਇੱਕ ਗੱਲ ਸਰਟਨ ਆ ਕਿ ਜਿਹੜਾ ਕੰਮ ਵੀ ਹੈਗਾ ਉਹ ਮਨ ਦੀ ਖੁਸ਼ੀ ਲਈ ਕਰਦਾ ਬੰਦਾ, ਜਾਂ ਉਹ ਜਿਹੜਾ ਦੁੱਖ ਤੋਂ ਬਚਣ ਦੇ ਲਈ ਕਰਦਾ। ਦੋ ਹੀ ਗੱਲਾਂ ਹੈ। ਤੀਜੀ ਨੇ ਮੈਂ ਪਹਿਲਾਂ ਕਹਿਤਾ, ਜਾਂ ਸੁੱਖ ਹਾਸਿਲ ਕਰਨ ਲਈ ਜਾਂ ਦੁੱਖ ਤੋਂ ਬਚਣ ਦੇ ਲਈ, ਆਪਣੀ ਸੰਤੁਸ਼ਟੀ ਲਈ, ਆਪਣੀ ਸੰਤੁਸ਼ਟੀ ਲਈ। ਜੇ ਇਹ ਮੈਂ ਕੰਮ ਨਾ ਕੀਤਾ ਤਾਂ ਆ ਹੋ ਜਾਣਾ, ਫਿਰ ਵੀ ਉਹ ਬੰਦਾ ਉਹ ਕੰਮ ਕਰਦਾ ਜਾ ਕੇ। ਸੋ ਇਸ ਕਰਕੇ ਜਿਹੜੀ ਆਪਾਂ ਸੇਵਾ ਕਹਿੰਦੇ ਆ, ਸੇਵਾ ਜਿਸ ਗੱਲ ਨੂੰ ਤੁਸੀਂ ਠੀਕ ਸਮਝਦੇ ਆ, ਉਹਦੇ ਵਿੱਚ ਜੇ ਤੁਸੀਂ ਕੰਟਰੀਬਿਊਟ ਕਰਨਾ ਚਾਹੁੰਦੇ ਆ, ਕਰੋ, ਉਹਦੇ 'ਚੋਂ ਖੁਸ਼ੀ ਲੈ ਲਓ। ਕਿਉਂਕਿ ਸਭ ਤੋਂ ਜਿਹੜਾ ਆਲਾ ਕਿਸਮ ਦਾ ਸਵਾਰਥ ਆ, ਉਹ ਮੈਂ ਇਹ ਕਹਿੰਦਾ ਵੀ ਤੁਸੀਂ ਮਨ ਦੀ ਖੁਸ਼ੀ ਲਈ ਚੰਗਾ ਕੰਮ ਕਰਦੇ ਆ, ਮਨ ਦੀ ਖੁਸ਼ੀ ਦੇ ਲਈ ਚੰਗਾ ਕੰਮ ਕਰਦੇ ਆ, ਡੂ ਇਟ। ਬਾਕੀ ਜਿਹੜੇ ਹੈਗੇ ਆ ਉਹਨਾਂ ਨੂੰ ਤਾਂ ਮੇਰਾ ਖਿਆਲ ਹੈ ਵੀ ਸੇਵਾ ਦਾ ਨਾਂ ਹੈ ਬਦਨਾਮ ਕਰਨ ਵਾਲੀ ਗੱਲ, ਵੀ ਲਈ ਜਾਂਦੇ ਆ, ਫੰਡਸ ਵੀ ਲਈ ਜਾਂਦੇ, ਉਹ ਤਾਂ ਸਭ ਕੁਝ, ਉਹ ਤਾਂ ਵੀ ਸੇਵਾ ਦਾ ਨਾਂ ਹੈ ਬਦਨਾਮ ਕਰਨ ਵਾਲੀ ਗੱਲ ਆ। ਉਹ ਕੋਈ ਸੇਵਾ ਨਹੀਂ ਹੈ, ਉਹ ਸੇਵਾ। ਹੁਣ ਤੁਸੀਂ ਕਹਿੰਦੇ ਆ, ਜੇ ਹੁਣ ਤੁਸੀਂ ਕਹਿੰਦੇ, ਮੈਂ ਆਪਣੀ ਮਿਸਾਲ ਦਿੱਤੀ ਸੀ ਵੀ ਮੈਂ ਕਹਿੰਦਾ ਵੀ ਮੈਂ ਤਾਂ ਕੁਛ ਨਹੀਂ ਲੈਂਦਾ, ਮੈਂ ਤਾਂ ਨਾ ਇਹਨਾਂ ਤੋਂ ਪੈਸੇ ਲੈਂਦਾ ਹੈ, ਨਾ ਮੇਰੇ ਕੋਲ ਮੈਂ ਇੱਥੇ ਆਉਂਦਾ। ਹੁਣ ਉਹਦੇ ਵਿੱਚ ਜਿਹੜੀ ਮੈਨੂੰ ਮਨ ਦੀ ਖੁਸ਼ੀ ਮਿਲਦੀ ਆ, ਉਹ ਤੁਹਾਡਾ ਸਵਾਰਥ, ਉਹ ਮੇਰਾ ਸਵਾਰਥ ਆ ਵੀ ਮੈਂ ਉੱਥੇ ਜਾਣਾ ਆ, ਮੈਨੂੰ ਬੰਦੇ ਸੁਣਦੇ ਆ, ਤੁਸੀਂ ਮੈਨੂੰ ਦੱਸਦੇ ਆ ਵੀ ਆਪ ਤੁਸੀਂ ਦੱਸਿਆ ਵੀ ਜੀ ਇੰਨੇ ਬੰਦੇ ਕਹਿੰਦੇ ਸਾਡੇ 'ਤੇ ਅਸਰ ਪਿਆ ਜਾ ਕੇ, ਉਹ ਤੁਹਾਡੇ ਮਨ ਨੂੰ ਖੁਸ਼ੀ ਹੁੰਦੀ ਨਾ। ਇਹ ਸੈਂਸ ਆਫ ਐਪਰੀਸੀਏਸ਼ਨ ਤਾਂ ਕਿਹੋ ਜਿਹੀ ਚੀਜ਼ ਆ, ਮੈਂ ਤੁਹਾਨੂੰ ਦੱਸਦਾ। ਇਹ ਤਾਂ ਤੁਹਾਡੀ ਐਪਰੀਸੀਏਸ਼ਨ ਤਾਂ ਤੁਹਾਨੂੰ ਕੋਈ ਗਲਤ ਵੀ ਕਰ ਦੇਵੇ ਉਹ ਵੀ ਚੰਗੀ ਲੱਗਦੀ ਹੈ। ਇਹ ਐਸੀ ਚੀਜ਼ ਹੈ ਜਾ ਕੇ, ਇਹ ਬੰਦੇ ਦੀ ਇੰਨੀ ਵੀਕਨੈਸ ਹੈ ਇਹ ਜਾ ਕੇ ਵੀ ਐਪਰੀਸੀਏਸ਼ਨ ਦੇ ਨਾਲ ਤੁਸੀਂ ਬਹੁਤ ਕੰਮ ਕਢਵਾ ਜਾਂਦੇ ਆ ਬੰਦਿਆਂ ਦੇ ਜਾ ਕੇ, ਵੀ ਤੁਹਾਡੇ ਕੋਲ ਆਹ ਹੈ ਜੀ, ਟ੍ਰਿਕ ਹੋਣਾ ਚਾਹੀਦਾ। ਬਾਕੀ ਜਿਹੜੀ ਹੈਗੀ ਆ, ਕਰਦਾ ਹਰ ਬੰਦਾ ਆਪਣੀ ਖੁਸ਼ੀ ਦੇ ਲਈ ਆ, ਕੋਈ ਕਿਸੇ 'ਤੇ ਆਸਾਨ ਨਹੀਂ ਕਰ। ਅਸੀਂ ਆਮ ਸਾਡੇ ਘਰਾਂ ਦੇ ਵਿੱਚ ਇਹ ਜਾ ਕੇ ਨਿਆਣਿਆਂ ਨੂੰ ਅਸੀਂ ਕਹਿੰਦੇ, ਬੱਚਿਆਂ ਨੂੰ ਕਹਿੰਦੇ ਜਾ ਕੇ, ਮੈਂ ਤੇਰੇ ਲਈ ਆਹ ਕੀਤਾ, ਮੈਂ ਤੇਰੇ ਲਈ ਆਹ ਕੀਤਾ, ਮੈਂ ਤੇਰੇ ਲਈ ਆਹ ਕੀਤਾ। ਪਰ ਉਹ ਜਿਹੜਾ ਉਹ ਕਰਦੇ ਆ, ਉਹ ਨਿਆਣਿਆਂ ਦੇ ਤਾਂ ਨਹੀਂ ਕਰਦੇ ਆ, ਉਹਨਾਂ ਨੂੰ ਖੁਸ਼ੀ ਮਿਲਦੀ ਹੈ। ਤੁਸੀਂ ਸ਼ਰਟ ਨਵੀਂ ਲੈ ਕੇ ਆਪਣੇ ਬੱਚੇ ਨੂੰ ਦਿੰਦੇ ਆ, ਤੁਹਾਨੂੰ ਖੁਸ਼ੀ ਮਿਲਣੀ ਹੈ ਜਾ ਕੇ ਮੈਂ ਇਹਨੂੰ ਨਵਾਂ ਕਮੀਜ਼ ਲੈ ਕੇ ਦਿੱਤੀ ਹੈ ਜਾਂ ਨਵੀਂ ਦਿੱਤੀ ਹੈ। ਸੋ ਬੱਚਿਆਂ ਦੇ ਉੱਤੇ ਜੋ ਅਸੀਂ ਕਰਦੇ ਹਾਂ, ਉਹ ਸਾਡੀ ਕੋਈ ਉਹਨਾਂ ਦੀ ਜਾਂ ਸੇਵਾ ਜਾਂ ਉਹਨਾਂ ਦਾ ਕੋਈ ਇੱਦਾਂ ਨਹੀਂ ਕਰਦੇ ਵੀ ਅਸੀਂ ਉਹਨਾਂ ਨੂੰ ਕਰਦੇ ਹਾਂ, ਅਸੀਂ ਆਪਣੇ ਮਨ ਦੀ ਖੁਸ਼ੀ ਦੇ ਲਈ ਕਰਦੇ। ਹਰ ਬੰਦਾ ਤਿੰਨ ਮੰਨ ਲਓ ਮੇਰੀ ਗੱਲ, ਹਰ ਬੰਦਾ ਜੋ ਕਰਦਾ ਆਪਣੇ ਮਨ ਦੀ ਖੁਸ਼ੀ ਲਈ ਕਰਦਾ ਹੈਗਾ। ਬਾਕੀ ਇਹ ਵੀ ਉੱਪਰ ਜਿਹੜੇ ਕਹੀ ਜਾਓ ਜਾ ਕੇ ਮੈਂ ਤੇਰੇ ਲਈ ਆਹ ਕੀਤਾ, ਤੇ ਕੋਈ ਮੇਰਾ ਕੋਈ ਕਿਸੇ ਲਈ ਕੁਛ ਨਹੀਂ ਕਰਦਾ ਹੈ ਮੇਰੇ ਖਿਆਲ। ਇਹ ਮੇਰੇ ਲਈ ਸਟੇਟਮੈਂਟ ਬੜੀ ਸਵੀਪਿੰਗ ਆ ਇਹ, ਵੀ ਕੋਈ ਕਿਸੇ ਨੇ ਕਰ, ਪਰ ਇਹ ਸੱਚਾਈ ਆ ਵੀ ਜੋ ਵੀ ਤੁਸੀਂ ਕਰਨਾ ਤੁਸੀਂ ਮਨ ਦੀ ਖੁਸ਼ੀ ਲਈ ਕਰਨਾ, ਸੁੱਖ ਹਾਸਲ ਕਰਨ ਲਈ ਕਰਨਾ ਜਾ ਕੇ। ਔਰ ਜਿਹੜੀ ਆਹ ਚੀਜ਼ ਹੈ, ਜਿਹੜੇ ਅਸੀਂ ਦਾਨ ਪੁੰਨ ਆ, ਇਹ ਦਾਨ ਪੁੰਨ ਤਾਂ ਅਸਲ ਇਹ ਤਾਂ ਸਿੱਧਾ ਹੀ ਸਵਾਰਥ ਹੈ।
ਕਿਉਂਕਿ ਦਾਨ ਪੁੰਨ ਵਾਲੇ ਤਾਂ ਸਿੱਧੇ ਕਹਿੰਦੇ ਇੱਥੇ ਦਾਨ ਕਰੂੰਗਾ ਉੱਥੇ ਤੈਨੂੰ ਮਿਲ ਜਾਣਾ। ਹਰ ਬੰਦਾ ਜਿਸ ਵੇਲੇ ਦਾਨ ਕਰਨ ਵੀ ਜਾਂਦੇ ਆ, ਜਿਹੜੇ ਕਰਵਾਉਂਦੇ ਆ, ਜਿੱਥੇ ਤੁਸੀਂ ਪਹਿਲਾਂ ਦੱਸਿਆ ਸੀ, ਉਹ ਵੀ ਉਹੀ ਕਹਿੰਦੇ ਆ ਦਾਨ ਐਵੇਂ ਨਹੀਂ ਜਾਂਦਾ ਹੁੰਦਾ, ਤੈਨੂੰ ਜ਼ਰੂਰ ਫਲ ਮਿਲੂਗਾ ਇਹਦਾ। ਫਲ ਜਿਹੜਾ ਫਲ ਜ਼ਰੂਰ ਮਿਲੂਗਾ। ਕਨਵਿੰਸ ਕਰਾਉਂਦੇ ਛੋਟੇ ਹੁੰਦੇ ਤੋਂ ਲੈ ਕੇ ਛੋਟੇ ਹੁੰਦੇ ਤਾਂ ਕਰੇਗਾ, ਹੁਣ ਵੀ ਤੁਸੀਂ ਜਾਂਦੇ ਆ ਤਾਂ ਉਹ ਕਹੋਗੇ ਜ਼ਿਆਦਾ ਦਾਨ ਕਰੂੰਗਾ ਤਾਂ ਤੈਨੂੰ ਜ਼ਿਆਦਾ ਫਲ ਮਿਲੂਗਾ। ਹੁਣ ਜਿਹੜੇ ਸਰੀਰ ਨਾਲ ਬੰਬ ਬਣ ਕੇ ਕਈ ਮੁੰਡੇ ਉੱਡ ਗਏ ਯੰਗ ਉਮਰ ਦੇ ਵਿੱਚ, ਉਹਨਾਂ ਨੂੰ ਉਹ ਆਮ ਮੈਂ ਦੇਖੀ ਟੈਲੀਵਿਜ਼ਨ ਦੇ ਉੱਤੇ, ਉਹ ਕਹਿੰਦਾ ਤੇਰੀਆਂ ਹੂਰਾਂ ਇੰਤਜ਼ਾਰ ਕਰ ਰਹੀਆਂ ਉੱਤੇ ਸਵਰਗ ਦੇ ਵਿੱਚ, ਤੈਨੂੰ ਹੂਰਾਂ ਨੇ ਜਾ ਕੇ ਰਿਸੀਵ ਕਰਨਾ, ਤੂੰ ਇੱਕ ਵਾਰੀ ਚੜ ਜਾ ਔਰ ਚਲਾ ਦੇ ਬੰਬ, ਉੱਡ ਜਾ, ਤੂੰ ਪਚਰੇ ਪਚਰੇ ਹੋ ਗਏ। ਬਿਲਕੁਲ ਠੀਕ ਆ। ਉਹ ਮੈਂ ਤੁਹਾਨੂੰ ਦੱਸਾਂ ਜੀ, ਇੱਕ ਬਰਟਨ ਰਸਲ ਦੀ ਕੋਟੇਸ਼ਨ ਹੈ, ਉਹ ਕਹਿੰਦੇ ਆਈ ਵਿਲ ਨਾਟ ਡਾਈ ਫॉर ਮਾਈ ਬਲੀਫਸ ਬਿਕੋਜ਼ ਆਈ ਮੇ ਚੇਂਜ ਔਰ ਆਈ ਮੇ ਬੀ ਰੋਂਗ। ਉਹ ਕਹਿੰਦੇ ਮੈਂ ਆਪਣੇ ਵਿਸ਼ਵਾਸਾਂ ਦੇ ਲਈ ਮਰੂੰਗਾ ਨਹੀਂ, ਕਿਉਂਕਿ ਮੇਰੇ ਵਿਸ਼ਵਾਸ ਗਲਤ ਵੀ ਹੋ ਸਕਦੇ ਆ ਔਰ ਹੋ ਸਕਦਾ 10 ਸਾਲ ਨੂੰ ਮੈਂ ਚੇਂਜ ਵੀ ਕਰ ਲਵਾਂ, ਉਹ ਵਿਸ਼ਵਾਸ ਮੇਰੇ ਵਿਸ਼ਵਾਸ ਹੀ ਨਾ ਰਹਿਣ ਜਾ ਕੇ। ਚੇਂਜ ਹੁੰਦੇ ਰਹਿੰਦੇ ਜਾ ਕੇ। ਔਰ ਬਹੁਤ ਬੰਦੇ ਜਾ ਕੇ ਮੇਰੇ ਚਰਚੇ ਹੁੰਦਾ ਜਿਹੜੇ ਉਸ ਲਈ ਮਰਦੇ ਆ, ਜਾਂ ਅਸੀਂ ਜੋ 20 ਸਾਲ ਦੀ ਉਮਰ 'ਚ ਕੰਮ ਕੀਤੇ ਆ, ਜਿੱਦਾਂ ਤੁਸੀਂ ਪਹਿਲਾਂ ਮੇਰੀ ਮਿਸਾਲ ਵੀ ਦਿੱਤੀ ਸੀ, ਉਹ ਵੀ ਬਾਅਦ 'ਚ ਬਦਲ ਜਾਂਦਾ ਬੰਦਾ। ਔਰ ਉਸ ਵੇਲੇ ਹੋ ਸਕਦਾ ਜਾ ਕੇ ਕੁਰਬਾਨੀ ਦੇ ਦਿੰਦੇ, ਜਾ ਕੇ ਮਰੇ ਹੀ ਜਾਂਦੇ ਵੀ ਚਲੋ ਚੱਕਦੇ ਕੋਈ ਮਰਦੇ ਆ। ਕਿੰਨੇ ਬੰਦੇ ਮਰੇ ਆ, ਕਿੰਨੇ ਬੰਦੇ ਆਪਣੀ ਇਜ਼ਮ ਦੀ ਖਾਤਰ ਮਰੇ ਆ, ਕਿੰਨੇ ਬੰਦੇ ਆਪਣੀ ਧਰਮ ਦੀ ਖਾਤਰ ਮਰੇ ਆ, ਕਿੰਨੇ ਬੰਦੇ ਆਪਣੀ ਦੇਸ਼ ਭਗਤੀ ਦੀ ਖਾਤਰ ਮਰੇ ਆ। ਔਰ ਉਹੋ ਹੀ ਜਿਹੜਾ ਦੇਸ਼ ਕਹਿੰਦੇ ਹੁੰਦੇ ਉਹ ਦੇਸ਼ ਵੀ ਟੁੱਟ ਜਾਂਦਾ, ਉਹਦੇ ਦੇਸ਼ ਦੇ ਕਈ ਟੁਕੜੇ ਹੋ ਜਾਂਦੇ ਆ ਜਾ ਕੇ। ਉਹ ਜਿਹਦਾ ਉਹ ਹੁਣ ਜਿਹੜਾ ਦੇਸ਼ ਭਗਤ ਦੀ ਗੱਲ ਹੈਗਾ, ਉਹ ਦੇਸ਼ ਵਿੱਚੋਂ ਬੰਗਲਾਦੇਸ਼ ਨਿਕਲ ਗਿਆ, ਵਿੱਚੋਂ ਪਾਕਿਸਤਾਨ ਨਿਕਲ ਗਿਆ, ਵਿੱਚੋਂ ਉਹ ਨਿਕਲ ਗਿਆ, ਵਿੱਚੋਂ ਹੁਣ ਵੀ ਪਤਾ ਨਹੀਂ ਕਿਹੜਾ ਨਿਕਲਦਾ ਕਿ ਨਹੀਂ ਨਿਕਲਦਾ ਜਾ ਕੇ। ਸੋ ਜਿਹੜੀ ਚੀਜ਼ ਹੈਗੀ ਆ ਉਹਨੂੰ ਰੈਸ਼ਨਲੀ ਲੈਣ ਦੀ ਜ਼ਰੂਰਤ ਹੈ ਹਰ ਗੱਲ। ਇਹ ਸਭ ਥਿੰਸਾਂ ਮੈਂ ਤੁਹਾਨੂੰ ਦੱਸਾਂ, ਇਹ ਮੈਨੂੰ ਕਈ ਵਾਰ ਲੱਗਦਾ ਹੁੰਦਾ ਇਹ ਜਿਹੜੇ ਤਰਕਸ਼ੀਲੇ ਆ ਬਹੁਤ ਵਧੀਆ ਕੰਮ ਕਰਦੇ ਆ ਜੀ। ਕਮ ਤੋਂ ਕਮ ਲੋਕਾਂ ਨੂੰ ਮੇਕ ਦੈਮ ਥਿੰਕ। ਇੱਥੇ ਵੀ ਆਪਾਂ ਕਈ ਵਾਰ ਕੀਤੀ ਵੀ ਸਾਡਾ ਮੇਨ ਪਰਪਸ ਜਿਹੜਾ ਹੁੰਦਾ ਇਹ ਨੌਲੇਜ ਵਗੈਰਾ ਦੇ ਮੇਨ ਪਰਪਸ ਦਾ ਥਿੰਕ ਕਰੋ, ਜਾ ਕੇ ਥਿੰਕ ਕਰੋ ਵੀ ਤੁਸੀਂ ਫੈਸਲਾ ਕਰੋ ਕੀ ਸਹੀ ਆ ਕੀ ਸਹੀ ਆ। ਆਪਣੇ ਦਿਮਾਗ ਦੀ ਸਾਣ ਤੇ ਲਾ ਕੇ ਆਪਣੇ ਦਿਮਾਗ ਦੀ ਸਾਣ ਤੇ ਲਾ ਕੇ ਦੇਖੋ, ਔਰ ਇਸ ਗੱਲ ਦਾ ਸਕੋਪ ਸਦਾ ਹੀ ਰੱਖੋ ਜਾ ਕੇ ਵੀ ਦੂਜੇ ਦੀ ਗੱਲ ਵੀ ਠੀਕ ਹੋ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਵੀ ਮੇਰੀ ਗੱਲ ਜਿਹੜੀ ਹੈਗੀ ਹੈ ਸਹੀ ਆ। ਅਸੀਂ ਇਸੇ ਗੱਲ ਦੇ ਉੱਤੇ ਹੁਣ ਜਿਹੜੇ ਇਹ ਮਰਦੇ ਵੀ ਬੰਦੇ ਆ, ਉਹ ਇਸੇ ਗੱਲ 'ਤੇ ਮਰਦੇ ਆ ਜਾ ਕੇ ਵੀ ਮੇਰੀ ਗੱਲ ਹੀ ਠੀਕ ਹੈ, ਦੇਸ਼ ਆਜ਼ਾਦ ਹੋਣਾ ਹੀ ਠੀਕ ਹੈ ਜਾ ਕੇ, ਇਹ ਰਾਜ ਜਾਣਾ ਹੀ ਠੀਕ ਹੈ ਜਾ ਕੇ। ਇਹ ਹੋ ਸਕਦਾ ਬਾਅਦ 'ਚ ਪਤਾ ਲੱਗਦਾ ਬੱਚਾ ਇੱਥੇ ਤਾਂ ਉਹ ਗੋਰਿਆਂ ਨੇ ਇੰਨੇ ਬੰਦੇ ਨਹੀਂ ਮਾਰੇ ਹੈਗੇ ਜਿੰਨੇ ਆਜ਼ਾਦ ਭਾਰਤ ਦੇ ਵਿੱਚ ਗੌਰਮੈਂਟਾਂ ਨੇ ਮਾਰ ਦਿੱਤੇ ਆ ਜਾ ਕੇ। ਉਹਨੀ ਫੜ ਕੇ ਉਹਨੇ ਨਹੀਂ ਮਾਰੇ ਹੋਣੇ ਜਿੰਨੇ ਇਹ ਨਹੀਂ ਫੜ ਕੇ ਮਾਰੇ ਜਾ ਕੇ। ਜੇ ਇਸ ਗੱਲ ਦਾ ਹੋਵੇ ਸ਼ਾਇਦ ਉਹ ਕੁਰਬਾਨੀ ਨਾ ਕਰਦੇ ਬੰਦੇ ਜਾ ਕੇ। ਮੇਰਾ ਸੁਪਨਾ ਪੂਰਾ ਨਹੀਂ ਹੁੰਦਾ ਕਿਉਂਕਿ ਬਦਲਦੀ ਆ ਹਰ ਚੀਜ਼ ਬਦਲਦੀ ਆ। ਸੋ ਤਾਂ ਹੀ ਬਹੁਤੇ ਬੰਦੇ ਇਹ ਕਹਿੰਦੇ ਆ ਵੀ ਜਿਹੜਾ ਰੈਵੋਲੂਸ਼ਨ ਨਾਲੋਂ ਜਿਹੜਾ ਐਵੋਲੂਸ਼ਨ ਹੈ ਸੋਸਾਇਟੀ ਦਾ ਉਹ ਬੈਟਰ, ਉਹ ਜਿਹੜਾ ਹੈਗਾ ਬੈਟਰ ਹੈ। ਸਰ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਅੱਜ ਫੇਰ ਇੱਕ ਵਾਰੀ ਤੁਸੀਂ ਕਈ ਗੱਲਾਂ ਬਹੁਤ ਵਧੀਆ। ਇਹਦਾ ਮਤਲਬ ਇਹ ਨਾ ਲਿਆ ਜਾਵੇ ਕਿ ਮੈਂ ਕਹਿੰਦਾ ਦਾਨ ਨਾ ਦਿੱਤਾ ਜਾਵੇ। ਇੱਕ ਮੈਨੂੰ ਹੋਰ ਗੱਲ ਚੇਤੇ ਆ ਗਈ ਵਿੱਚੇ ਚੇਤਾ, ਸਿੰਸਾ ਸਪੋਰਟਸ ਦੇ ਫੀਲਡ ਦੇ ਵਿੱਚ ਮੈਨੂੰ ਜ਼ਾਤੀ ਤੌਰ 'ਤੇ ਪਤਾ ਇੱਕ ਲੜਕੀ ਬਹੁਤ ਵਧੀਆ ਪਲੇਅਰ ਸੀਗੀ ਜੀ, ਉਹਨੂੰ ਟੀਮ ਵਿੱਚ ਨਹੀਂ ਲਿਆ। ਉਹਨੇ ਕਿਹਾ ਨਹੀਂ, ਦੂਜੀ ਲੜਕੀ ਦੇ ਪੇਰੈਂਟਸ ਨੇ ਡੋਨੇਸ਼ਨ ਜ਼ਿਆਦਾ ਦੇ ਦਿੱਤੀ, ਡੋਨੇਸ਼ਨ ਜ਼ਿਆਦਾ ਦਿੱਤੀ, ਉਹਨੂੰ ਟੀਮ 'ਚੋਂ ਕੱਢ ਦਿੱਤਾ, ਉਹ ਦੂਈ ਰੱਖੇ। ਆਹ ਕੁਛ ਹੁੰਦਾ ਜਾ ਕੇ। ਔਰ ਉਹਦੀ ਕਹਿੰਦਾ ਅਸੀਂ ਡੋਨੇਸ਼ਨ ਅਸੀਂ ਤਾਂ ਦਾਨ ਪੁੰਨ ਕੀਤਾ ਜਾ ਕੇ ਇਸ ਗੱਲ ਨੂੰ ਜਾ ਕੇ। ਸੋ ਇਸ ਗੱਲ ਕਰ ਮੈਂ ਡਿਸਕਰੇਜ ਨਹੀਂ ਕਰਦਾ, ਮੈਂ ਕਹਿੰਦਾ ਜ਼ਰੂਰ ਦਾਨ ਪੁੰਨ ਕਰੋ ਚੰਗੀ ਗੱਲ ਦੇ ਨਾਲ ਜਾ ਕੇ, ਪਰ ਇਹਨੂੰ ਇੱਦਾਂ ਨਾ ਸਮਝੋ ਜਾ ਕੇ ਵੀ ਬਿਨਾਂ ਸਵਾਰਥ ਤੋਂ ਇਹ ਸਾਡੀ ਆਪਣੀ ਖੁਸ਼ੀ ਲਈ ਹੈ, ਇਹਦੇ 'ਚੋਂ ਖੁਸ਼ੀ ਲੈ ਲੈਣੀ ਚਾਹੀਦੀ ਹੈ। ਠੀਕ ਹੈ, ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ।